ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭੁੱਲਿਆਂ ਨੂੰ, ਭਟਕਿਆਂ ਹੋਇਆਂ ਨੂੰ, ਤ੍ਰੈ ਗੁਣੀ ਮਾਇਆਵੀ ਜਾਲ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਇਸ ਜਗਤ ਤੋਂ ਤਾਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਸੱਚੇ ਨਾਮ ਦਾ ਹੋਕਾ ਦਿੱਤਾ ਔਰ ਮਨਾਂ ਦੇ ਭਰਮ ਨੂੰ ਮਿਟਾ ਕੇ ਮਨੁੱਖਤਾ ਵਾਲਾ ਜਨਮ ਸਤਿਗੁਰੂ ਜੀ ਸਫਲ ਕਰ ਰਹੇ ਨੇ ਔਰ ਨਾਮ ਦੇ ਨਾਲ ਜੁੜ ਕੇ ਜੀਵਨ ਜਾਚ, ਜੀਵਨ ਜੁਗਤ ਸਿਖਾ ਕੇ ਜਨਮ ਸਫਲਾ ਕਰਵਾ ਵੀ ਰਹੇ ਹਨ। ਜਿਸ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚੇ ਨੇ, ਉਸ ਦੇਸ਼ ਦਾ ਜੋ ਰਾਜਾ ਹੈ ਕਾਰੂ, ਜਿਹਨੂੰ ਕਾਰੂ ਬਾਦਸ਼ਾਹ ਕਹਿੰਦੇ ਨੇ, ਮਨ ਇੰਨਾ ਬੇਈਮਾਨ ਹੈ, ਮਨ ਦੇ ਵਿੱਚ ਖੋਟ ਹੈ, ਮਨ ਦੇ ਵਿੱਚ ਲੋਭ ਹੈ, ਲਾਲਚ ਹੈ, ਜਾਂ ਇਸ ਤਰ੍ਹਾਂ ਕਹਿ ਲਓ ਕਿ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਇੱਕ ਸਪਨੀ ਹੈ ਜੋ ਇਸ ਕਾਰੂ ਬਾਦਸ਼ਾਹ ਦੇ ਮਨ ਨੂੰ ਲਿਪਟੀ ਹੋਈ ਹੈ। ਇੱਕ ਐਸੀ ਮਮਤਾ ਦੇ ਨਾਲ ਭਰੀ ਹੋਈ ਮੋਹਣੀ ਹੈ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਜਿਹੜੇ ਤੇ ਮਨਮੁਖ ਸੀ, ਇਸ ਮੋਹਣੀ ਮਾਇਆ ਨੇ ਬਿਨਾਂ ਦੰਦਾਂ ਤੋਂ ਹੀ ਉਹਨਾਂ ਨੂੰ ਆਪਣੇ ਵੱਸ ਕਰ ਲਿਆ ਔਰ ਜਿਹਦੇ ਉੱਪਰ ਇਹ ਤ੍ਰੈਗੁਣੀ ਮਾਇਆ ਦਾ ਅਸਰ ਹੋਇਆ, ਤੇ ਸਪਨੀ ਦੇ ਵਿੱਚ ਕੀ ਹੈ ਜ਼ਹਿਰ, ਤੇ ਜਿਹਦੇ ਮਨ ਉੱਤੇ ਇਹਦਾ ਅਸਰ ਹੋਇਆ ਉਹਦਾ ਮਨ ਵੀ ਜ਼ਹਿਰੀਲਾ ਹੋ ਗਿਆ। ਤੇ ਜਿਹਦਾ ਮਨ ਲੋਭ ਲਾਲਚ ਵਿੱਚ ਜ਼ਹਿਰੀਲਾ ਹੋ ਜਾਏ ਉਹ ਫਿਰ ਦੂਸਰਿਆਂ ਨੂੰ ਤੇ ਡੰਗਦਾ ਹੀ ਹੈ, ਉਹ ਆਪਣਿਆਂ ਨੂੰ ਵੀ ਡੰਗ ਮਾਰਦਾ ਹੈ। ਇਸ ਬਾਦਸ਼ਾਹ ਨੇ ਆਪਣੇ ਦੇਸ਼ ਨੂੰ ਕੰਗਾਲ ਕਰ ਦਿੱਤਾ। ਇੱਕ ਟਕਾ, ਕੋਈ ਵੀ ਚਾਂਦੀ ਦਾ ਸਿੱਕਾ, ਸੋਨੇ ਦੀ ਮੋਹਰ ਕਿਸੇ ਦੇ ਕੋਲ ਵੀ ਰਹਿਣ ਨਾ ਦਿੱਤਾ। ਸਾਰਿਆਂ ਦਾ ਖਜ਼ਾਨਾ ਖਾਲੀ ਕਰਵਾ ਕੇ ਆਪਣੇ ਖਜ਼ਾਨੇ ਭਰ ਲਏ। ਪਰ ਮਨ ਨੂੰ ਹਜੇ ਵੀ ਤਸੱਲੀ ਨਹੀਂ ਹੋਈ, ਮਨ ਹਜੇ ਵੀ ਸੰਤੁਸ਼ਟ ਨਹੀਂ ਹੋਇਆ। ਸਹਿਸ ਖਟੇ ਲੱਖ ਕੋ ਕੁੱਟ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੇ ਪਾਵੇ। ਹੁਣ ਮਾਨਸਿਕ ਹਾਲਤ ਵਿੱਚ ਇੰਨੀ ਗਿਰਾਵਟ ਆ ਗਈ, ਜਾਂ ਕਹਿ ਲਓ ਕਿ ਇਹਦੀ ਜ਼ਮੀਰ ਮਰ ਗਈ, ਇਨਸਾਨੀਅਤ ਮਰ ਗਈ, ਕਿ 4 ਟਕੇ ਇਕੱਠੇ ਕਰਨ ਵਾਸਤੇ ਇਹਨੇ ਆਪਣੀ ਧੀ ਨੂੰ ਵੀ ਨਹੀਂ ਬਖਸ਼ਿਆ। ਆਪਣੀ ਧੀ ਦੇ ਰਾਹੀਂ ਇਹ ਦੇਖਣਾ ਚਾਹੁੰਦਾ ਵੀ ਕਿਤੇ ਕਿੱਥੇ ਕਿੱਥੇ ਟਕੇ ਪਏ ਨੇ ਜਾਂ ਚਾਂਦੀ ਦੇ ਸਿੱਕੇ ਕਿਤੇ ਕਿਤੇ ਪਏ ਨੇ, ਉਹਨਾਂ ਨੂੰ ਮੈਂ ਕਢਵਾਵਾਂ। ਉਹਨਾਂ ਨੂੰ ਕਢਾਉਣ ਵਾਸਤੇ ਇਹਨੇ ਆਪਣੀ ਧੀ ਨੂੰ ਮੋਹਰਾ ਬਣਾਇਆ। ਹੁਣ ਜਿਹੜਾ ਆਪਣੀ ਧੀ ਨੂੰ ਮੋਹਰਾ ਬਣਾ ਕੇ 4 ਪੈਸੇ ਇਕੱਠੇ ਕਰਨਾ ਚਾਹੁੰਦਾ ਹੈ, ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਉਹਦੀ ਇਨਸਾਨੀਅਤ ਕਿੰਨੀ ਕੁ ਮਰ ਚੁੱਕੀ ਹੈ, ਉਹਦੀ ਜ਼ਮੀਰ ਕਿੰਨੀ ਕੁ ਮਰ ਚੁੱਕੀ ਹੈ। ਇਸ ਲਈ ਇਹਨੇ ਉਸੇ ਵੇਲੇ ਆਪਣੇ ਵਜ਼ੀਰ ਜਿਹੜੇ ਨੇ ਉਹ ਬੁਲਾਏ ਨੇ। ਉਹਨਾਂ ਨੂੰ ਆਖਿਆ, ਇਸ ਤਰ੍ਹਾਂ ਕਰੋ, ਮੇਰੀ ਬੱਚੀ ਨੂੰ ਬਾਜ਼ਾਰ ਵਿੱਚ ਲੈ ਜਾਓ ਔਰ ਇਹਨੂੰ ਜਾ ਕੇ ਬਾਜ਼ਾਰ ਵਿੱਚ ਖੜਾ ਦਿਓ ਤੇ ਢੰਡੋਰਾ ਪਿੱਟ ਦਿਓ ਕਿ ਜਿਹੜਾ ਇੱਕ ਰਜਤਪਨ ਭਾਵ ਚਾਂਦੀ ਦਾ ਸਿੱਕਾ ਦੇਗਾ, ਇਸ ਰਾਜੇ ਦੀ ਧੀ ਜਿਹੜੀ ਹੈ ਇਹ ਉਹਦੀ ਹੋ ਜਾਏਗੀ। ਜਦੋਂ ਕਹਿੰਦੇ ਨੇ ਕਿ ਢੰਡੋਰਾ ਬਾਜ਼ਾਰ ਦੇ ਵਿੱਚ ਲਿਜਾ ਕੇ ਇਸ ਕਾਰੂ ਬਾਦਸ਼ਾਹ ਦੀ ਧੀ ਨੂੰ ਉਸ ਬਾਜ਼ਾਰ ਦੇ ਵਿੱਚ ਲਿਜਾ ਕੇ ਤੇ ਢੰਡੋਰਾ ਪਿੱਟਿਆ ਗਿਆ ਵੀ ਜਿਹੜਾ ਇੱਕ ਰਜਤਪਨ ਭਾਵ ਚਾਂਦੀ ਦਾ ਸਿੱਕਾ ਦੇਗਾ ਕਿ ਪਾਤਸ਼ਾਹ ਦੀ ਬੱਚੀ, ਇਹਦੀ ਪਾਤਸ਼ਾਹ ਦੀ ਧੀ ਉਸ ਦੀ ਹੋ ਜਾਏਗੀ। ਹੁਣ ਜਦੋਂ ਇਹ ਲੋਕ ਢੰਡੋਰਾ ਜਿਹੜਾ ਪਿੱਟਿਆ ਜਾ ਰਿਹਾ, ਆਵਾਜ਼ ਦਿੱਤੀ ਜਾ ਰਹੀ ਹੈ, ਜਦੋਂ ਇਹ ਲੋਕ ਸੁਣਦੇ ਨੇ, ਉਹਨਾਂ ਸਾਰਿਆਂ ਵਿੱਚੋਂ ਸੁਣ ਕੇ ਕਿਹਦਾ ਮਨ ਜਿਹੜਾ ਉਹ ਲਲਚਾਉਂਦਾ ਹੈ, ਉਸ ਪ੍ਰਸੰਗ ਦਾ ਜ਼ਿਕਰ ਕਵੀ ਜੀ ਕਰਦੇ ਹਨ। 14 ਸਾਲ ਬਾਅਦ ਇੱਕ ਆਇਓ, ਕਹਿੰਦੇ ਉਸ ਵੇਲੇ 14 ਸਾਲ ਦਾ ਇੱਕ ਨੌਜਵਾਨ ਜਦੋਂ ਉਸ ਪਾਸਿਓਂ ਦੀ ਲੰਘ ਰਿਹਾ ਸੀ, ਵੇਖਾ ਸਰੂਪ ਮਨ ਲੈ ਲਵਾਇਓ। ਹੁਣ ਜਦੋਂ ਇਹਦੇ ਕੰਨਾਂ 'ਚ ਆਵਾਜ਼ ਪਈ ਵੀ ਇਸ ਬਾਦਸ਼ਾਹ ਦੀ ਸੁੰਦਰ ਕੰਨਿਆ, ਸੁੰਦਰ ਬੱਚੀ, ਜਿਹੜਾ ਇੱਕ ਰਜਤਪਨ ਭਾਵ ਚਾਂਦੀ ਦਾ ਸਿੱਕਾ ਦੇਵੇਗਾ, ਇਹ ਬਾਦਸ਼ਾਹ ਦੀ ਧੀ ਉਹਦੀ ਹੋ ਜਾਏਗੀ। ਜਦੋਂ ਇਹਨੇ ਸੁਣਿਆ, ਕਹਿੰਦੇ ਮਨ ਇਹਦਾ ਦੁਬਾਈਮਾਨ ਹੋਇਆ ਹੈ। ਮਾਤਾ ਸਮੀਪ ਗਇਓ ਤਬ ਤਾਇਓ, ਉਸੇ ਵੇਲੇ ਦੌੜ ਕੇ ਆਪਣੀ ਮਾਤਾ ਜੀ ਦੇ ਕੋਲ ਆਇਆ ਹੈ ਹਵ ਅਵਤਾਰ ਅਸ ਬਚਨ ਗਲਾਇਓ। ਔਰ ਬੜਾ ਆਤੁਰ ਹੋ ਕੇ, ਬੜਾ ਕਹਿਣ ਲੱਗੇ ਨੇ, ਮਨ ਉਤਾਵਲਾ ਹੋਇਆ ਪਿਆ ਵੀ ਬਸ ਕਿਸੇ ਕਿਹੜੀ ਘੜੀ ਹੋਵੇ ਤੇ ਬਾਦਸ਼ਾਹ ਦੀ ਧੀ ਜਿਹੜੀ ਆ ਉਹਦੇ ਨਾਲ ਮੇਰਾ ਵਿਆਹ ਹੋ ਜਾਏ। ਪਰ ਇਹ ਤਾਂ ਹੋਏਗਾ ਜੇ ਇੱਕ ਰਜਤਪਨ ਮੈਂ ਉਹਨਾਂ ਨੂੰ ਦੇਵਾਂਗਾ। ਅਸਲ ਦੇ ਵਿੱਚ ਬਾਦਸ਼ਾਹ ਬੜਾ ਚਲਾਕ ਹੈ, ਇਹਨੇ ਆਪਣੀ ਧੀ ਦੇਣੀ ਨਹੀਂ ਹੈ। ਇਹ ਤੇ ਬਹਾਨਾ ਹੈ ਵੀ ਕਿਹਦੇ ਕੋਲ ਚਾਂਦੀ ਦੇ ਸਿੱਕੇ ਨੇ, ਉਹ ਕਿਵੇਂ ਕਢਵਾਉਣੇ ਆ, ਇਹ ਕਢਵਾਉਣ ਦਾ ਤਰੀਕਾ ਹੈ। ਉਸੇ ਵੇਲੇ ਜਾ ਕੇ ਮਾਤਾ ਜੀ ਨੂੰ ਆਪਣੀ ਨੂੰ ਬੜਾ ਪਰੇਸ਼ਾਨ, ਬੜਾ ਉਤਾਵਲਾ ਹੋਇਆ, ਕਾਲਾ ਸਾਹੋ ਸਾਹੀ ਹੋਇਆ ਤੇ ਜਾ ਕੇ ਆਖਦਾ ਹੈ, ਜਨਨੀ ਏਕ ਰਜਤਪਨ ਦੀਜੈ, ਜਨਨੀ ਦਾ ਅਰਥ ਹੈ, ਇਹ ਮਾਤਾ ਮੈਨੂੰ ਇੱਕ ਚਾਂਦੀ ਦਾ ਸਿੱਕਾ ਦੇਣਾ ਕਰ। ਪਾਤਸ਼ਾਹ ਕੀ ਤਨਿਆ ਦੀਜੈ, ਮੈਂ ਪਾਤਸ਼ਾਹ ਦੀ ਤਨੀਆਂ ਉਹਦੀ ਬੱਚੀ ਨੂੰ ਆਪਣੇ ਘਰ ਲਿਆਉਣਾ ਚਾਹੁੰਦਾ ਹਾਂ। ਸੁੰਦਰ ਰੂਪ ਇਹ ਜਿਸ ਕੇਰਾ, ਬੜਾ ਸੁੰਦਰ ਉਹਦਾ ਰੂਪ ਹੈ। ਇਹ ਸੋਦੇ ਮੇ ਨਾ ਬਗਨੇਰਾ। ਇਹ ਸੌਦਾ ਜਿਹੜਾ ਨਾ ਇਹ ਘਾਟੇ ਦਾ ਨਹੀਂ ਹੈ, ਬੜਾ ਲਾਭ ਹੈ। ਤੈਨੂੰ ਬਾਦਸ਼ਾਹ ਦੀ ਧੀ ਮਿਲ ਜਾਏਗੀ ਘਰ ਵਿੱਚ, ਇੱਕ ਚਾਂਦੀ ਦੇ ਸਿੱਕੇ ਦੇ ਪਿੱਛੇ ਸਾਨੂੰ ਬਾਦਸ਼ਾਹ ਦੀ ਧੀ ਮਿਲ ਜਾਏਗੀ। ਇਸ ਲਈ ਇਹ ਬਹੁਤ ਵੱਡਾ ਲਾਭ ਸਾਨੂੰ ਹੋਵੇਗਾ। ਸੁਣ ਸੁਧ ਇੱਕ ਰਜਤਪਨ ਨਹੀਂ, ਅੱਗੋਂ ਮਾਤਾ ਨੇ ਆਖਿਆ ਵੀ ਪੁੱਤਰ, ਮੇਰੇ ਘਰ ਦੇ ਵਿੱਚ ਇੱਕ ਰਜਤਪਨ, ਇੱਕ ਵੀ ਚਾਂਦੀ ਦਾ ਸਿੱਕਾ ਘਰ ਵਿੱਚ ਨਹੀਂ ਹੈ। ਖੋਜੇ ਸਗਰੇ ਦੇਸ਼ ਦੇ ਮਾਹੀ, ਮੇਰੇ ਘਰ ਤਾਂ ਛੱਡ, ਪੂਰੇ ਦੇਸ਼ ਵਿੱਚ ਵੀ ਕਿਸੇ ਦੇ ਘਰ ਜਾ ਕੇ ਤੂੰ ਦੇਖੇ ਨਾ, ਕਿਸੇ ਦੇ ਘਰ ਵਿੱਚੋਂ ਵੀ ਇੱਕ ਚਾਂਦੀ ਦਾ ਸਿੱਕਾ ਨਹੀਂ ਮਿਲੇਗਾ। ਜੇਕਰ ਮੁੱਲ ਨਾ ਪਾ ਮਾਰੇ, ਤੇ ਜੇ ਸਾਡੇ ਕੋਲ ਇਹ ਮੁੱਲ ਹੈ ਹੀ ਨਹੀਂ, ਭਾਵ ਇਹ ਚਾਂਦੀ ਦਾ ਸਿੱਕਾ ਸਾਡੇ ਕੋਲ ਹੈ ਹੀ ਨਹੀਂ ਹੈ, ਉਹ ਸੌਦੇ ਕੇ ਲੈਣ ਉਚਾਰੇ। ਫਿਰ ਤੂੰ ਇਹ ਸੌਦੇ ਦੀ ਗੱਲ ਕਿਉਂ ਕਰਦਾ ਹੈ? ਇਹ ਸੌਦੇ ਦੀਆਂ ਗੱਲਾਂ ਛੱਡ ਦੇ। ਇਹ ਸਾਡੇ ਵੱਸ ਦੀਆਂ ਗੱਲਾਂ ਨਹੀਂ ਕਿ ਅਸੀਂ ਬਾਦਸ਼ਾਹ ਦੀ ਧੀ ਨੂੰ ਆਪਣੇ ਘਰ ਲਿਆਵਾਂਗੇ। ਪਹਿਲੀ ਗੱਲ ਤੇ ਇੱਕ ਚਾਂਦੀ ਦਾ ਸਿੱਕਾ ਮੇਰੇ ਕੋਲ ਛੱਡ, ਪੂਰੇ ਦੇਸ਼ ਵਿੱਚ ਕਿਸੇ ਦੇ ਕੋਲ ਨਹੀਂ ਹੋਵੇਗਾ। ਤਬ ਹਟ ਗਇਓ ਸੋ ਬਲ ਬੇਸਾਲਾ, ਕਹਿੰਦੇ ਨੇ ਤਬ ਹਟ ਗਏ ਹੋ, ਇਹਨੇ ਜਿੱਦ ਫੜ ਲਈ, ਹੱਟ ਕਰਨ ਲੱਗ ਪਿਆ ਵੀ ਮਾਂ ਜਿੱਥੋਂ ਮਰਜ਼ੀ ਕਰ, ਜਿਵੇਂ ਮਰਜ਼ੀ ਕਰ, ਮੈਨੂੰ ਚਾਂਦੀ ਦਾ ਸਿੱਕਾ ਚਾਹੀਦਾ ਹੈ। ਕਹੇ ਕਿ ਲੈ ਦੀਜੇ ਤਤਕਾਲਾ, ਕਹਿੰਦੇ ਬਸ ਜਿਵੇਂ ਮਰਜ਼ੀ ਕਰ, ਤਤਕਾਲ। ਇਹ ਨਾ ਹੋਵੇ ਕਿ ਸੌਦਾ ਕੋਈ ਹੋਰ ਲੈ ਜਾਏ। ਹੁਣ ਦੇਖੋ, ਆਪਣੀ ਧੀ ਨੂੰ ਇੱਕ ਸੌਦੇ ਦੇ ਰੂਪ ਵਿੱਚ ਬਾਜ਼ਾਰ ਵਿੱਚ ਲਿਆਂਦਾ। ਹੁਣ ਉਹ ਇੱਕ ਜਿਹੜੀ ਧੀ ਸੀ ਇੱਕ ਸੌਦਾ ਬਣ ਕੇ ਰਹਿ ਗਈ ਕਿ ਜਿਹੜਾ ਚਾਂਦੀ ਦਾ ਸਿੱਕਾ ਦੇਗਾ ਉਹ ਇਹ ਸੌਦਾ ਖਰੀਦ ਕੇ ਲੈ ਜਾਏਗਾ। ਇਹ ਜਿਹੜੇ ਸਾਡੇ ਧੀਆਂ ਪੁੱਤਰ ਹੁੰਦੇ ਆ, ਇਹ ਸੌਦਾ ਨਹੀਂ ਹੁੰਦੇ, ਨਾ ਇਹਨਾਂ ਦੇ ਸੌਦੇ ਕੀਤੇ ਜਾਂਦੇ ਆ। ਪਰ ਅਫਸੋਸ, ਜਦੋਂ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਵਿਆਹੁੰਦੇ ਆ ਤੇ ਸੌਦੇ ਹੀ ਤੇ ਕਰਦੇ ਆ।
ਅਸੀਂ ਸੌਦਾ ਹੀ ਤੇ ਇਹਨਾਂ ਦੇ ਨਾਲ ਕਰਦੇ ਹਾਂ ਵੀ ਸਾਡਾ ਪੁੱਤਰ ਇੰਨੀ ਪੜ੍ਹਾਈ ਪੜ੍ਹ ਕੇ ਇੰਨਾ ਵੱਡਾ ਡਾਕਟਰ ਇੰਜੀਨੀਅਰ ਬਣਿਆ ਹੋਇਆ, ਅਸੀਂ ਇਹਦੀ ਪੜ੍ਹਾਈ ਤੇ ਇੰਨਾ ਖਰਚ ਕੀਤਾ ਹੈ, ਅਸੀਂ ਤੁਹਾਡੀ ਧੀ ਨੂੰ ਤਾਂ ਅਸੀਂ ਵਿਆਹ ਕੇ ਆਪਣੇ ਪੁੱਤਰ ਨਾਲ ਲਿਆਵਾਂਗੇ ਜੇ ਤੁਸੀਂ ਸਾਨੂੰ ਇੰਨਾ ਦਾਜ ਦਿਓਗੇ। ਇਹ ਸੌਦਾ ਹੀ ਹੈ। ਜਾਂ ਅੱਜ ਜਿਹੜੇ ਸੌਦੇ ਚੱਲ ਰਹੇ ਆ ਵਿਦੇਸ਼ਾਂ ਦੇ ਵਿੱਚ ਜਾਣ ਦੇ ਕਿ ਤੁਸੀਂ ਸਾਡੀ ਧੀ ਜਿਹੜੀ ਆ ਉਹ ਇਸ ਤਰ੍ਹਾਂ ਵਿਆਹ ਇਹਦੇ ਨਾਲ ਕਰ ਦਿਆਂਗੇ ਪਰ ਇੰਨੇ ਪੈਸੇ ਤੁਹਾਨੂੰ ਦੇਣੇ ਪੈਣਗੇ। ਅੱਜ ਕੱਲ੍ਹ ਜਿਹੜੇ ਸਾਡੇ ਧੀਆਂ ਪੁੱਤਰਾਂ ਦੇ ਵਿਆਹ ਨਹੀਂ ਹੋ ਰਹੇ ਉਹ ਸੌਦੇਬਾਜ਼ੀਆਂ ਹੋ ਰਹੀਆਂ ਨੇ। ਅਸੀਂ ਆਪਣੀਆਂ ਧੀਆਂ ਪੁੱਤਰਾਂ ਦੀਆਂ ਖੁਸ਼ੀਆਂ ਨਹੀਂ, ਅਸੀਂ ਆਪਣੇ ਧੀਆਂ ਪੁੱਤਰਾਂ ਦੇ ਸੌਦੇ ਕਰਕੇ ਇੱਕ ਦੂਜੇ ਨੂੰ ਵੇਚ ਰਹੇ ਹਾਂ। ਅਸੀਂ ਤੇ ਜਦੋਂ ਅਸੀਂ ਸੌਦੇ ਕਰਕੇ ਵੇਚ ਰਹੇ ਹਾਂ ਤੇ ਫਿਰ ਉੱਥੇ ਪਿਆਰ, ਉੱਥੇ ਮਮਤਾ, ਉੱਥੇ ਖੁਸ਼ੀਆਂ, ਉੱਥੇ ਮਿਲ ਵਰਤਨ ਕਿੱਥੇ ਰਹਿ ਜਾਏਗਾ ਜਿੱਥੇ ਸੌਦੇਬਾਜ਼ੀ ਹੁੰਦੀ ਆ। ਵਾਹਿਗੁਰੂ ਜੀ ਮਿਹਰ ਕਰਨ ਕਿ ਧਨ ਪਦਾਰਥਾਂ ਦੀ ਚਮਕ ਪਿੱਛੇ ਇੰਨਾ ਨਾ ਡੁੱਲ ਜਾਈਏ ਕਿ ਸਾਡੇ ਰਿਸ਼ਤੇ ਤਾਰ-ਤਾਰ ਹੋ ਜਾਣ, ਅਸੀਂ ਆਪਣੇ ਬੱਚਿਆਂ ਦੇ ਸੌਦੇ ਕਰਨ ਤੇ ਉਤਰ ਆਈਏ। ਜਾਂ ਫਿਰ ਜੋ ਧੀ ਰਾਣੀ ਵਿਆਹ ਕੇ ਸਹੁਰੇ ਘਰ ਆਈ ਆ ਤੇ ਉਹਦੀ ਨਮਾਇਸ਼ ਲਾ ਦਈਏ ਵੀ ਆਹ ਦੇਖੋ ਜੀ ਇੰਨੇ ਕੱਪੜੇ, ਇੰਨੇ ਗਹਿਣੇ, ਆਹ ਕੁਛ ਲੈ ਕੇ ਆਈ ਆ। ਹੁਣ ਜੇ ਕੋਈ ਕਿਸੇ ਗਰੀਬ ਘਰ ਦੇ ਵਿੱਚੋਂ ਆਈ ਆ ਫਿਰ ਉਹਦਾ ਮਜ਼ਾਕ ਬਣਾਇਆ ਜਾਏਗਾ ਵੀ ਇਹਦੇ ਪਰਿਵਾਰ ਨੇ ਦਿੱਤਾ ਕੁਛ ਨਹੀਂ, ਇਹਦੇ ਮਾਂ-ਬਾਪ ਨੇ ਦਿੱਤਾ ਕੁਛ ਨਹੀਂ ਹੈ। ਅਸੀਂ ਕਿਸ ਰਾਹ ਤੁਰ ਪਏ ਆ ਚਾਰ ਟਕਿਆਂ ਦੇ ਪਿੱਛੇ, ਧਨ ਪਦਾਰਥਾਂ ਦੇ ਪਿੱਛੇ। ਵਾਹਿਗੁਰੂ ਕਿਰਪਾ ਕਰਨ ਅਸੀਂ ਆਪਣੀ ਅਕਲ ਤੇ ਆਪਣੀ ਮੱਤ ਤੇ ਹੱਥ ਫੇਰੀਏ, ਸਾਨੂੰ ਪਤਾ ਲੱਗੇ ਅਸੀਂ ਇਹ ਮਾਇਆਵੀ ਕੱਚਾ ਧਨ ਹੈ। ਤੇ ਮਾਰੇ ਕਹਿੰਦੇ ਕੱਚਾ ਧਨ ਪੁੰਨ ਆਵੇ ਜਾਏ, ਅੱਜ ਆਇਆ ਕੱਲ ਚਲਾ ਗਿਆ, ਅੱਜ ਗਿਆ ਕੱਲ ਆ ਜਾਏਗਾ। ਇਹਦੇ ਪਿੱਛੇ ਆਪਾਂ ਸੌਦੇਬਾਜ਼ੀਆਂ ਨਾ ਕਰੀਏ। ਵਾਹਿਗੁਰੂ ਮਿਹਰ ਕਰ। ਉਹਨੇ ਆਖਿਆ ਵੀ ਇਹ ਸੌਦਾ ਕੋਈ ਹੋਰ ਲੈ ਜਾਏਗਾ। ਮਾਂ ਜਿੰਨਾ ਛੇਤੀ ਹੁੰਦਾ ਮੈਨੂੰ ਇੱਕ ਚਾਂਦੀ ਦਾ ਸਿੱਕਾ ਦੇਣਾ ਕਰ, ਨਾ ਤੋਰੇ ਨਹੀਂ ਜੀਵਨਾ ਮੇਰੋ, ਨਹੀਂ ਤੇ ਫਿਰ ਮੈਂ ਜਿਉਂਦਾ ਨਹੀਂ ਰਹਿਣਾ। ਹੱਠ ਕਰਨ ਲੱਗ ਗਿਆ ਨਾ, ਮੈਂ ਜਿਉਂਦਾ ਜਿਹੜਾ ਉਹ ਨਹੀਂ ਰਹਿਣਾ ਹੈ। ਗਿਰਿਓ ਧਰਨਾ ਪਰ ਖਾਏ ਕੋ ਮੇਰੋ। ਹੁਣ ਇਹਨੇ ਇੱਕ ਚਾਂਦੀ ਦਾ ਸਿੱਕਾ ਲੈਣ ਵਾਸਤੇ ਕੀ ਕੀਤਾ, ਇੱਕ ਖੇਡ ਬਣਾਈ, ਇਸ ਤਰ੍ਹਾਂ ਘੁੰਮਣ ਘੇਰੀ ਕਰਕੇ ਘੁੰਮ ਕੇ ਡਿੱਗ ਪਿਆ ਜਿਵੇਂ ਚੱਕਰ ਆ ਗਿਆ ਹੁੰਦਾ। ਹੁਣ ਅਸੀਂ ਮਾਂ-ਬਾਪ ਇੱਥੇ ਹੀ ਕਮਜ਼ੋਰ ਪੈ ਜਾਂਦੇ ਆ ਜਦੋਂ ਧੀਆਂ ਪੁੱਤ ਜਿਹੜੇ ਆ ਉਹ ਸਾਡੀ ਇੱਜ਼ਤ, ਸਾਡੀ ਪੱਤ ਨੂੰ ਨਾ ਬਰਕਰਾਰ ਰੱਖਦਿਆਂ ਹੋਇਆਂ ਆਪਣਾ ਮਤਲਬ ਕੱਢਣ ਵਾਸਤੇ ਮਾਪਿਆਂ ਨੂੰ ਡਰਾਵੇ ਦੇਣ ਲੱਗ ਜਾਂਦੇ ਆ ਵੀ ਮੈਂ ਅਸੀਂ ਕੁਝ ਖਾ ਕੇ ਮਰ ਜਾਾਂਗੇ, ਅਸੀਂ ਘਰੋਂ ਨਿਕਲ ਜਾਾਂਗੇ, ਆਹ ਕਰ ਦਿਆਂਗੇ। ਮਾਂ-ਬਾਪ ਡਰ ਜਾਂਦੇ ਆ, ਉਹ ਫਿਰ ਕਹਿੰਦੇ ਠੀਕ ਹੈ ਜੋ ਇਹ ਕਹਿੰਦੇ ਨੇ ਉਹ ਮੰਨਣਾ ਪੈਣਾ ਸਾਨੂੰ। ਇਹ ਹਕੀਕਤ ਹੈ। ਹੁਣ ਇੱਥੇ ਵੀ ਇਹੀ ਹਾਲ ਹੋਇਆ, ਕਹਿੰਦੇ ਗਿਰੇ ਉਹ ਧਰਨ ਪਰ ਖਾਏ ਘੁਮੇਰੇ। ਇਸ ਤਰ੍ਹਾਂ ਡਿੱਗਾ ਜਿਵੇਂ ਇਹਨੂੰ ਚੱਕਰ ਆ ਗਿਆ ਹੋਵੇ, ਜਨਨੀ ਰੋਏ ਚਿੰਤ ਪੋ ਕਰਹੀ। ਹੁਣੇ ਡਿੱਗ ਪਿਆ ਇਸ ਤਰ੍ਹਾਂ ਜਿਵੇਂ ਬੇਹੋਸ਼ ਹੋ ਗਿਆ ਹੋਵੇ। ਹੁਣ ਮਾਂ ਇਹਦੇ ਕੋਲ ਬੈਠ ਕੇ ਰੋਣ ਲੱਗ ਗਈ ਵੀ ਮੇਰਾ ਇੱਕੋ ਇੱਕ ਪੁੱਤ ਹੈ, ਮੇਰੇ ਸਿਰ ਦਾ ਸਾਈਂ ਤੁਰ ਗਿਆ, ਮੈਂ ਆਪਣੇ ਪੁੱਤ ਦੇ ਸਹਾਰੇ ਜੀਣਾ ਹੈ ਤੇ ਜੇ ਇਹ ਵੀ ਨਾ ਰਿਹਾ ਤੇ ਮੈਂ ਕਿਹਦੇ ਸਹਾਰੇ ਰਵਾਂਗੀ। ਹੁਣ ਉਹ ਮਾਂ ਕਮਜ਼ੋਰ ਪੈ ਗਈ। ਕਹਿੰਦੇ ਜਨਨੀ ਰੋਏ, ਉਹ ਹੁਣ ਰੋ ਰਹੀ ਹੈ। ਕਹਿ ਕੇ ਸੁਧ ਕੋ ਤੂੰ ਚਰਗੀ। ਪੁੱਤਰ ਦਾ ਹੱਥ ਪਕੜਿਆ, ਉਹਦੇ ਹੱਥ ਨੂੰ ਮਲਦੀ ਆ ਤੇ ਪੁੱਤਰ ਹੋਸ਼ ਦੇ ਵਿੱਚ ਆਉਣਾ ਕਰ। ਜਬ ਤਬ ਪਿਤਾ ਤੇਰੇ ਦਫਨਾਇਓ। ਉਹ ਕਹਿੰਦਾ ਵੀ ਫਿਰ ਉਹ ਹੋਸ਼ ਵਿੱਚ ਜਦੋਂ ਆਇਆ ਜਾਂ ਬਹਾਨਾ ਬਣਾ ਰਿਹਾ ਹੋਵੇਗਾ ਵੀ ਮੈਂ ਇੱਕ ਚਾਂਦੀ ਦਾ ਸਿੱਕਾ ਲੈਣਾ। ਉੱਠਿਆ ਤੇ ਮਾਂ ਨੇ ਕਹਿੰਦੇ ਨੇ ਇੱਕੋ ਗੱਲ ਆਖੀ ਵੀ ਮੈਨੂੰ ਜਿੱਦਾਂ ਮਰਜ਼ੀ ਕਰ, ਸਿੱਕਾ ਚਾਹੀਦਾ। ਫਿਰ ਉਸ ਜਨਨੀ ਨੇ ਆਖਿਆ, ਕਹਿੰਦੇ ਜਬ ਤਬ ਪਿਤਾ ਧਰਨ ਦਫਨਾਇਓ। ਕਹਿੰਦੇ ਮੈਨੂੰ ਇੱਕ ਗੱਲ ਯਾਦ ਆ ਗਈ ਆ, ਇੱਕ ਥਾਂ ਤੋਂ ਤੈਨੂੰ ਚਾਂਦੀ ਦਾ ਸਿੱਕਾ ਮਿਲ ਸਕਦਾ ਹੈ। ਉਹ ਕਿੱਥੋਂ? ਕਹਿੰਦੇ ਜਦੋਂ ਤੇਰੇ ਪਿਤਾ ਨੂੰ ਦਫਨਾਇਆ ਗਿਆ ਸੀ। ਏਕ ਰਜਤ ਪਨ ਤੇ ਮੁਖ ਪਾਇਓ। ਜਦੋਂ ਤੇਰੇ ਪਿਤਾ ਨੂੰ ਦਫਨਾਇਆ ਗਿਆ ਸੀ ਉਦੋਂ ਉਹਨਾਂ ਦੇ ਮੁਖ ਵਿੱਚ ਇੱਕ ਚਾਂਦੀ ਦਾ ਸਿੱਕਾ ਰੱਖਿਆ ਗਿਆ। ਦਫਨਾਉਣ ਲੱਗਿਆ ਕਹਿੰਦੇ ਉਦੋਂ ਤੇਰੇ ਪਿਤਾ ਦੇ ਮੁਖ ਵਿੱਚ ਇੱਕ ਚਾਂਦੀ ਦਾ ਸਿੱਕਾ ਰੱਖਿਆ ਸੀ। ਰਹਿ ਨਾ ਸਕਤ ਸੋਲੇ ਨਿਕਾਸੇ। ਜੇ ਤੂੰ ਨਹੀਂ ਰਹਿ ਸਕਦਾ ਹੁਣ ਮੈਂ ਕੀ ਕਰ ਸਕਦੀ ਹਾਂ? ਜੇ ਤੂੰ ਨਹੀਂ ਰਹਿ ਸਕਦਾ ਫਿਰ ਜਾ ਕੇ ਤੈਨੂੰ ਉੱਥੋਂ ਹੀ ਸਿੱਕਾ ਮਿਲਣਾ, ਹੋਰ ਕਿਤੋਂ ਨਹੀਂ ਮਿਲਣਾ। ਤੇ ਉਸ ਨੇ ਬਾਲਕ ਭਰੇ ਖੁਲਾਸੇ। ਹੁਣ ਦੇਖੋ ਇਹਦੀ ਵੀ ਕਿੰਨੀ ਮੱਤ ਮਾਰੀ ਗਈ ਵੀ ਇਹਨੇ ਵੀ ਨਹੀਂ ਸੋਚਿਆ ਵੀ ਮੈਂ ਆਪਣੇ ਪਿਤਾ ਦੀ ਕਬਰ ਆਪਣੇ ਹੱਥੀਂ ਪੁੱਟਾਂਗਾ, ਪਰ ਮੱਤ ਮਾਰੀ ਗਈ। ਉਸੇ ਵੇਲੇ ਮਾਂ ਦੇ ਬੋਲ ਸੁਣਦਿਆਂ ਚਿਹਰਾ ਖਿੜ ਗਿਆ ਵੀ ਮਾਂ ਮੇਰੇ ਪਿਤਾ ਦੇ ਮੁਖ ਵਿੱਚੋਂ ਸਿੱਕਾ ਮਿਲ ਜਾਏਗਾ। ਬੜਾ ਕਹਿੰਦੇ ਉਸ ਵੇਲੇ ਪ੍ਰਸੰਨ ਹੋਇਆ। ਜਹਾਂ ਪਿਤਾ ਕੀ ਗੌਰ ਬਤਾਈ। ਕਹਿੰਦਾ ਦੱਸ ਮੇਰੇ ਪਿਤਾ ਦੀ ਕਬਰ ਕਿੱਥੇ ਆ? ਗੌਰ ਕਹਿੰਦੇ ਕਬਰ। ਉਸੇ ਵੇਲੇ ਮਾਂ ਨੇ ਦੱਸਿਆ ਕਿ ਫਲਾਣੀ ਥਾਂ ਤੇ ਫਲਾਣੀ ਜਗ੍ਹਾ ਤੇ ਤੇਰੇ ਪਿਤਾ ਦੀ ਕਬਰ ਹੈ। ਖੋਦਣ ਲੱਗਿਓ ਜਾਏ ਸੋ ਥਾਈ। ਹੁਣ ਕੈਸੀ ਔਲਾਦ ਹੈ ਕਿ ਜੋ ਆਪਣੇ ਪਿਤਾ ਦੀ ਕਬਰ ਨੂੰ ਆਪ ਹੀ ਜਿਹੜਾ ਉਹ ਖੋਦਣ ਲੱਗਾ ਹੋਇਆ ਹੈ, ਸਿਰਫ ਇੱਕ ਚਾਂਦੀ ਦੇ ਸਿੱਕੇ ਪਿੱਛੇ। ਗੱਲਾਂ ਬਹੁਤ ਨੇ ਇੱਥੇ ਕਰਨ ਵਾਲੀਆਂ, ਪਰ ਆਪਾਂ ਸਾਰੇ ਸਮਝਦੇ ਹਾਂ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਕਈ ਵਾਰ ਔਲਾਦ ਐਸੀ ਨਿਕਲ ਆਉਂਦੀ ਹੈ ਕਿ ਜੋ ਆਪਣੇ ਪਿਤਾ ਦੀ ਇੱਜ਼ਤ ਨੂੰ, ਪੱਤ ਨੂੰ ਨਾ ਧਿਆਨ ਵਿੱਚ ਰੱਖਦਿਆਂ ਹੋਇਆਂ ਉਹਨਾਂ ਨੂੰ ਰੋਲ ਕੇ ਚਲੀ ਜਾਂਦੀ ਹੈ। ਉਹ ਇਹ ਨਹੀਂ ਦੇਖਦੇ ਵੀ ਸਮਾਜ ਵਿੱਚ ਭਾਵੇਂ ਉਹ ਪੁੱਤਰ ਹੈ ਭਾਵੇਂ ਉਹ ਧੀ ਦੇ ਰੂਪ ਵਿੱਚ ਹੈ, ਉਹ ਨਹੀਂ ਦੇਖਦੇ ਸਮਾਜ ਵਿੱਚ ਸਾਡੇ ਪਿਤਾ ਦਾ ਰੁਤਬਾ ਕਿੰਨਾ ਉੱਚਾ ਹੈ, ਸਮਾਜ ਵਿੱਚ ਸਾਡੇ ਪਿਤਾ ਦਾ ਸਤਿਕਾਰ, ਉਹਨਾਂ ਦੀ ਇੱਜ਼ਤ ਕਿੰਨੀ ਹੈ। ਅਕਲ ਤੇ ਪਰਦਾ ਪੈਣ ਨਾਲ ਅੰਨੇ ਹੋ ਜਾਂਦੇ ਆ ਤੇ ਉਹ ਜਦੋਂ ਅੰਨੇ ਹੋ ਜਾਂਦੇ ਆ ਉਹਨਾਂ ਨੂੰ ਮਾਂ-ਬਾਪ ਦੀ ਇੱਜ਼ਤ ਦਿਖਾਈ ਨਹੀਂ ਦਿੰਦੀ, ਉਹਨੂੰ ਮਾਂ ਦਾ ਦੁਪੱਟਾ ਨਹੀਂ ਦਿਖਾਈ ਦਿੰਦਾ ਤੇ ਉਹਨੂੰ ਪਿਤਾ ਦੀ ਦਸਤਾਰ ਪੱਗ ਦਿਖਾਈ ਨਹੀਂ ਦਿੰਦੀ। ਇਸ ਲਈ ਕਈ ਤਾਂ ਐਸੇ ਮਾਂ-ਬਾਪ ਨੇ ਮਜਬੂਰ ਹੋ ਜਾਂਦੇ ਆ ਧੀਆਂ ਪੁੱਤਰਾਂ ਦੇ ਅੱਗੇ ਉਹ ਆਪਣੇ ਸਿਰ ਦਾ ਦੁਪੱਟਾ ਪੈਰਾਂ 'ਚ ਰੱਖਣ ਨੂੰ ਤਿਆਰ ਹੋ ਜਾਂਦੀ ਆ ਵੀ ਧੀਏ ਤੂੰ ਕਮ ਸੇ ਕਮ ਮੇਰੀ ਇੱਜ਼ਤ ਦਾ ਹੀ ਧਿਆਨ ਰੱਖ। ਕਈ ਵਾਰ ਪਿਤਾ ਆਪਣੀ ਦਸਤਾਰ ਨੂੰ ਪੈਰਾਂ ਵਿੱਚ ਆਪਣੇ ਹੀ ਧੀਆਂ ਪੁੱਤਰਾਂ ਦੇ ਰੱਖਣ ਨੂੰ ਮਜਬੂਰ ਹੋ ਜਾਂਦਾ ਹੈ ਵੀ ਧੀਏ ਮੇਰੇ ਪੁੱਤਰ ਇਹ ਕੰਮ ਨਾ ਕਰ, ਪਰ ਉਹ ਪਰਵਾਹ ਨਹੀਂ ਕਰਦੇ ਕਿਉਂਕਿ ਅੰਨੇ ਹੋ ਜਾਂਦੇ ਆ। ਹੁਣ ਇਸ ਤਰ੍ਹਾਂ ਕਹਿੰਦੇ ਇਹਦੀ ਅਕਲ ਤੇ ਪਰਦਾ ਐਸਾ ਪੈ ਗਿਆ ਇਹਨੂੰ ਪਤਾ ਹੀ ਨਹੀਂ ਮੈਂ ਆਪਣੇ ਪਿਤਾ ਦੀ ਕਬਰ ਆਪ ਹੀ ਖੋਦ ਰਿਹਾ। ਇੱਥੇ ਕਹਿੰਦੇ ਨੇ ਕੀ ਹੋਇਆ, ਖੋਦਣ ਲੱਗਿਓ ਜਾਏ ਸੋ ਥਾਈ, ਜਿਹੜਾ ਥਾਂ ਦੱਸਿਆ ਜਾ ਕੇ ਉਹ ਕਬਰ ਖੋਦਦਾ ਹੈ। ਤਹਤੇ ਤਤਸ਼ਿਨ ਲੀਨ ਵਿਕਾਸਾ। ਉਸੇ ਵੇਲੇ ਹੁਣੇ ਨਹੀਂ ਮਨ ਨਹੀਂ ਭਰਿਆ, ਅੱਖਾਂ ਨਹੀਂ ਭਰੀਆਂ ਪਿਤਾ ਦਾ ਰੂਪ ਵੇਖ ਕੇ, ਸਗੋਂ ਉਹ ਸਿੱਕਾ ਹੀ ਦਿਖਿਆ ਬਸ। ਉਸੇ ਵੇਲੇ ਮੂੰਹ ਵਿੱਚੋਂ ਸਿੱਕਾ ਇਹਨੇ ਕੱਢ ਲਿਆ ਹੈ। ਚਲਿਓ ਬਜ਼ਾਰੇ ਰਿਤੇ ਖੁਲਾਸਾ। ਹੁਣ ਜਿਸ ਬਾਜ਼ਾਰ ਵਿੱਚ ਹੋਕਾ ਦਿੱਤਾ ਜਾ ਰਿਹਾ ਸੀ ਉਸੇ ਵੇਲੇ ਕਹਿੰਦੇ ਬਿਨਾਂ ਦੇਰੀ ਲਾਇਆ ਭੱਜਿਆ ਜਾਂਦਾ ਹੈ, ਆਪਣੇ ਪਿਤਾ ਦੇ ਮੂੰਹ ਵਿੱਚੋਂ ਚਾਂਦੀ ਦਾ ਸਿੱਕਾ ਕੱਢ ਕੇ ਦੌੜਿਆ ਜਾਂਦਾ ਹੈ ਉਸ ਬਾਜ਼ਾਰ ਵੱਲ। ਦੀਨ ਰਜਤ ਪਨ ਲੈ ਸੋ ਗਇਓ। ਕਹਿੰਦੇ ਉਹ ਰਜਤ ਪਨ ਕੇ ਚਾਂਦੀ ਦਾ ਸਿੱਕਾ ਜਾ ਕੇ ਦੇਣਾ ਕੀਤਾ। ਸੋਧ ਕਰੋ ਸੁਨ ਬਿਸਮੇ ਪਇਓ। ਹੁਣ ਜਦੋਂ ਇਹ ਖਬਰ ਕਾਰੂ ਨੂੰ ਬਾਦਸ਼ਾਹ ਨੂੰ ਪਤਾ ਲੱਗੀ ਕਿ ਇੱਕ ਚਾਂਦੀ ਦਾ ਸਿੱਕਾ ਮਿਲ ਗਿਆ ਹੈ, ਗਹਿ ਮੰਗਵਾਇਓ ਤੇ ਤਤਕਾਲਾ। ਉਹਨੇ ਆਪਣੀ ਧੀ ਤੋੜਨੀ ਥੋੜੀ ਸੀ, ਉਹਦੇ ਇੱਕ ਬਹਾਨਾ ਸੀ, ਉਹਦੇ ਇੱਕ ਇਹਨੇ ਆਪਣਾ ਪਾਸਾ ਸੁੱਟਿਆ ਸੀ। ਕਹਿੰਦੇ ਨੇ ਸ਼ਿਕਾਰੀ ਹੱਥ ਆ ਗਿਆ। ਉਸੇ ਵੇਲੇ ਕਹਿੰਦੇ ਨੇ ਇਹਨੇ ਗਹਿ ਮੰਗਵਾਇਓ, ਜਾ ਕੇ ਗ੍ਰਿਫਤਾਰ ਕਰਵਾ ਲਿਆ ਵੀ ਉਹਨੂੰ ਬੰਦੀ ਬਣਾ ਕੇ ਲਿਆਓ ਜਿਹਨੇ ਇਹ ਚਾਂਦੀ ਦਾ ਸਿੱਕਾ ਦਿੱਤਾ ਹੈ। ਆਨ ਸ਼ਾਸਨਾ ਦੀਨ ਬੇਸਾਲਾ। ਉਸੇ ਵੇਲੇ ਉਹਨੂੰ ਬੰਦੀ ਬਣਾ ਕੇ ਕਹਿੰਦੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ। ਇਹਨੂੰ ਫਿਰ ਇੱਥੇ ਦੰਡ ਦਿੱਤਾ ਗਿਆ, ਸਖਤਾਈ ਇਹਦੇ ਤੇ ਕੀਤੀ ਗਈ ਪੁੱਛਣ ਵਾਸਤੇ ਕਿ ਤੂੰ ਇਹ ਸਿੱਕਾ ਲੈ ਕੇ ਕਿੱਥੋਂ ਆਇਆ? ਪੂਰੇ ਦੇਸ਼ ਵਿੱਚ ਕਿਸੇ ਦੇ ਘਰ ਸਿੱਕਾ ਨਹੀਂ ਹੈ।
ਤੈਨੂੰ ਇਹ ਸਿੱਕਾ ਕਿੱਥੋਂ ਮਿਲਿਆ? ਇਹਨੂੰ ਹੁਣ ਕਹਿੰਦੇ ਨੇ ਬੜੀ ਸਖਤਾਈ ਇਹਦੇ ਤੇ ਕਰ ਦਿੱਤੀ, ਬੜਾ ਇਹਨੂੰ ਤਾੜਨਾ ਕੀਤਾ, ਇਹਨੂੰ ਬੜਾ ਕਹਿੰਦੇ ਮਾਰ ਕੁਟਾਈ ਇਹਦੀ ਕਰ ਰਹੇ ਹਨ। कहते लगे हो सच बताबो ਔਰ ਜਦੋਂ ਇਹਦੀ ਮਾਰ ਕੁਟਾਈ ਕੀਤੀ ਤੇ ਇਹਨੂੰ ਕਹਿੰਦੇ ਦੱਸ, ਸੱਚੋ ਸੱਚ ਦੱਸਣਾ ਕਰ। मारे तुरंत जे कूल गलाबो ਜੇ ਤੂੰ ਕੂਲ ਅਲਾਵੋ ਝੂਠ ਬੋਲੇਗਾ ਤਾਂ ਹੁਣੇ ਹੀ ਜਿਉਂਦਿਆਂ ਜੀ ਮਾਰਿਆ ਜਾਏਗਾ। ਸੱਚੋ ਸੱਚ ਦੱਸ, ਇਹ ਚਾਂਦੀ ਦਾ ਸਿੱਕਾ ਕਿੱਥੋਂ ਲੈ ਕੇ ਆਇਆ ਹੈ? तब बालक ने सच उचारा ਹੁਣ ਜਦੋਂ ਮਾਰ ਪਈ ਇਹਨੂੰ, ਇਹ ਤਾਂ ਮਨ ਲਲਚਾ ਗਿਆ ਸੀ ਨਾ, ਅਕਲ ਦਾ ਅੰਧਾ, ਤੇ ਉਹ ਰਾਜੇ ਦੀ ਧੀ ਨੂੰ ਘਰ ਲਿਆਉਣਾ ਚਾਹੁੰਦਾ ਸੀ, ਪਰ ਦੇਖੋ ਬਣ ਕੀ ਗਿਆ। ਕਹਿੰਦੇ ਨੇ ਹੁਣ ਜਦੋਂ ਇਹਦੇ ਮਾਰ ਪਈ ਉਸ ਵੇਲੇ ਤਬ ਬਾਲਕ ਨੇ ਸਾਚ ਉਚਾਰਾ, ਇਸ ਬੱਚੇ ਨੇ ਫਿਰ ਸੱਚ ਬੋਲਣਾ ਕੀਤਾ। मैं कड्यो पित गोर मजारा ਕਹਿੰਦੇ ਮੈਂ ਆਪਣੇ ਪਿਤਾ ਦੀ ਕਬਰ ਨੂੰ ਪੁੱਟ ਕੇ ਤੇ ਆਪਣੇ ਪਿਤਾ ਦੇ ਮੁਖ ਵਿੱਚੋਂ ਇਹ ਚਾਂਦੀ ਦਾ ਸਿੱਕਾ ਕੱਢ ਲਿਆਇਆ ਹਾਂ। हमरे घर में एक जे पाबो ਸਾਡੇ ਘਰ ਕੋਈ ਸਿੱਕਾ ਨਹੀਂ ਸੀ, ਜੇ ਸਾਡੇ ਘਰ ਵਿੱਚੋਂ ਕੋਈ ਸਿੱਕਾ ਮਿਲ ਜਾਵੇ तब मोको जब तम पठाबो ਤਾਂ ਤੁਸੀਂ ਮੈਨੂੰ ਮੌਤ ਦੇ ਘਾਟ ਉਤਾਰ ਸਕਦੇ ਹੋ। ਮੈਂ ਸੱਚ ਬੋਲ ਰਿਹਾ, ਮੈਂ ਆਪਣੇ ਪਿਤਾ ਦੀ ਕਬਰ ਨੂੰ ਖੋਦ ਕੇ ਆਪਣੇ ਪਿਤਾ ਦੇ ਮੁਖ ਚੋਂ ਇਹ ਸਿੱਕਾ ਲੈ ਕੇ ਆਇਆ ਹਾਂ। तब ऐसी कारू सुध ਤੇ पाई ਜਦੋਂ ਕਾਰੂ ਬਾਦਸ਼ਾਹ ਨੇ ਇਹ ਗੱਲ ਸੁਣੀ ਕਿ ਜਿਹੜੇ ਕਬਰਾਂ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਮੁਖ ਵਿੱਚ ਸਿੱਕੇ ਵੀ ਹੁੰਦੇ ਆ, ਜਦੋਂ ਕਹਿੰਦੇ ਇਸ ਕਾਰੂ ਬਾਦਸ਼ਾਹ ਨੂੰ ਪਤਾ ਲੱਗਾ, सब ही गोरा दीन बधाई ਹੁਣ ਵੀ ਦੇਖੋ ਕਿੰਨਾ ਮਾਇਆ ਨੇ ਇਹਨੂੰ ਅੰਧਾ ਕਰ ਦਿੱਤਾ। ਇਸ ਧਨ ਪਦਾਰਥਾਂ ਨੇ ਜਾਂ ਤ੍ਰੈ ਗੁਣੀ ਮਾਇਆ ਨੇ ਐਸਾ ਇਹਨੂੰ ਜੰਗਲ ਵਿੱਚ ਫਸਾਇਆ ਕਿ ਇਹ ਮਾਇਆ ਧਾਰੀ ਅੱਤ ਅੰਨਾ ਬੋਲਾ ਅੰਨਾ ਦੀ ਹੋਇਆ ਪਿਆ, ਬੋਲਾ ਵੀ ਹੋਇਆ ਪਿਆ। ਕਹਿੰਦੇ ਨੇ ਬਸ ਇਹਨੂੰ ਚਾਂਦੀ ਦੇ ਸਿੱਕੇ, ਮੋਹਰਾਂ ਸੋਨੇ ਦੀਆਂ ਔਰ ਜਿੰਨੇ ਉਹ ਸਮੇਂ ਦੇ ਟਕੇ ਚੱਲਦੇ ਆ, ਉਹ ਇਹ ਖਜ਼ਾਨੇ ਭਰਨਾ ਚਾਹੁੰਦਾ ਆਪਣੇ। ਇਹ ਸਾਰਾ ਖਜ਼ਾਨਾ ਮੇਰਾ ਹੀ ਹੋਣਾ ਚਾਹੀਦਾ ਹੈ, ਕਿਸੇ ਕੋਲ ਇੱਕ ਟਕਾ ਵੀ ਨਹੀਂ ਹੋਣਾ ਚਾਹੀਦਾ, ਆਪਣਾ ਘਰ ਭਰਨਾ ਚਾਹੁੰਦਾ ਹੈ। ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਆਖਿਆ, ਜਾਓ ਜਿੰਨੀਆਂ ਵੀ ਕਬਰਾਂ ਨੇ ਨਾ ਉਹ ਸਾਰੀਆਂ ਦੀਆਂ ਸਾਰੀਆਂ ਕਬਰਾਂ ਪੁੱਟ ਦਿਓ। ਦੇਖੋ ਜਿਹੜੇ ਲੋਭ ਤੇ ਲਾਲਚ ਦੇ ਜਾਲ ਵਿੱਚ ਫਸੇ ਲੋਭੀ ਹੁੰਦੇ ਆ ਨਾ, ਉਹ ਤਾਂ ਮੁਰਦਿਆਂ ਨੂੰ ਵੀ ਨਹੀਂ ਬਖਸ਼ਦੇ। ਇਹ ਤਾਂ ਚਲੋ ਕਬਰਾਂ ਪੁੱਟੀਆਂ ਨੇ, ਆਪਾਂ ਜਿਹੜੇ ਸਮਾਜ ਵਿੱਚ ਰਹਿੰਦੇ ਆ, ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਨਾ, ਉਦੋਂ ਦੇਖਿਆ ਕਰੋ ਕੁਦਰਤੀ ਆਫਤ ਵਿੱਚ ਜਿਹੜੇ ਲੋਕ ਮਾਰੇ ਜਾਂਦੇ ਆ ਨਾ, ਉਹ ਜਿਹੜੇ ਲੋਕ ਮਾਰੇ ਜਾਂਦੇ ਮੁਰਦੇ ਪਏ ਆ, ਤੇ ਕਈ ਐਸੇ ਆਉਂਦੇ ਆ ਉਹਨਾਂ ਮੁਰਦਿਆਂ ਨੂੰ ਵੀ ਨਹੀਂ ਬਖਸ਼ਦੇ। ਪਿਛਲੇ ਸਮੇਂ ਦੇ ਵਿੱਚ ਜੋ ਇੰਨਾ ਵੱਡਾ ਕੁਦਰਤੀ ਆਫਤ ਆਈ, ਹੜ੍ਹ ਆਇਆ, ਜਦੋਂ ਆਪਾਂ ਹੇਮਕੁੰਟ ਸਾਹਿਬ ਵੱਲ ਨੂੰ ਜੋ ਪਿਛਲੇ ਸਮੇਂ ਘਟਨਾ ਵਾਪਰੀ ਸੀ, ਉਦੋਂ ਹੀ ਖਬਰਾਂ ਆਈਆਂ ਸੀ ਕਿ ਜਿਹੜੇ ਸਾਡੇ ਇਸ ਪੰਜਾਬ ਦੀ ਧਰਤੀ ਤੋਂ ਵੱਖ-ਵੱਖ ਇਲਾਕਿਆਂ ਤੋਂ ਗਏ ਹੋਏ ਸਨ, ਉਹ ਜਦੋਂ ਉੱਥੇ ਮਾਰੇ ਗਏ, ਜਦੋਂ ਉੱਥੇ ਉਹ ਮੁਰਦੇ ਹੋ ਗਏ, ਤਾਂ ਉਹਨਾਂ ਦੇ ਹੱਥਾਂ ਵਿੱਚ ਜੇ ਸੋਨੇ ਦੀਆਂ ਮੁੰਦਰਾਂ ਪਾਈਆਂ ਤਾਂ ਲੋਕ ਐਸੇ ਸਨ ਉਹ ਉਂਗਲਾਂ ਹੀ ਕੱਟ ਕੇ ਲੈ ਗਏ ਸੀ। ਉਹਨਾਂ ਦੀ ਇਹ ਨਹੀਂ ਦੇਖਿਆ ਵੀ ਇਹ ਮੁਰਦੇ ਨੇ, ਇਹ ਸਰੀਰ ਡੈਡ ਬੋਡੀ ਪਈ ਆ, ਪਤਾ ਨਹੀਂ ਕਿਸ ਪਰਿਵਾਰ ਦੇ ਵਿੱਚੋਂ ਨੇ, ਕਿਹੜੇ ਸ਼ਹਿਰ ਚੋਂ ਨੇ, ਉਹਨਾਂ ਨੂੰ ਤਰਸ ਨਹੀਂ ਆਇਆ, ਸਗੋਂ ਉਹ ਸੋਨੇ ਦੀਆਂ ਮੁੰਦਰਾਂ ਵੇਖ ਕੇ ਉਂਗਲਾਂ ਹੀ ਜਿਹੜੀਆਂ ਲਾ ਕੇ ਲੈ ਗਏ ਸਨ। ਐਸੀ ਹਾਲਤ ਕਿ ਮੁਰਦਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਅੱਜ ਅਸੀਂ ਵੇਖਦੇ ਹਾਂ ਹਸਪੀਟਲ ਵਿੱਚ ਕੀ ਹੁੰਦਾ ਹੈ, ਸਰੀਰ ਨੂੰ ਮੁਰਦਾ ਹੋਇਆ 3 ਦਿਨ ਹੋ ਜਾਂਦੇ ਆ, ਪਰ ਉਹਨੂੰ ਆਕਸੀਜਨ ਲਾ ਕੇ ਪਰਿਵਾਰ ਨੂੰ ਦੂਰੋਂ ਹੀ ਦਿਖਾਇਆ ਜਾਂਦਾ ਹੈ ਕਿ ਇਹਦੇ ਸਾਹ ਚੱਲ ਰਹੇ ਆ। ਉਹ ਮੁਰਦੇ ਤੋਂ ਵੀ ਕਮਾਈ ਕਰੀ ਜਾਂਦੇ ਆ, ਉਹ ਮੁਰਦੇ ਤੋਂ ਵੀ ਕਮਾਈ ਕਰਕੇ ਲੱਖਾਂ ਦਾ ਬਿੱਲ ਬਣਾ ਕੇ ਦੇ ਦਿੰਦੇ ਆ। ਹਾਲਾਂਕਿ ਉਹ ਜਿਹੜਾ ਸਰੀਰ ਹੈ ਉਹ 3 ਦਿਨ ਪਹਿਲਾਂ ਡੈਡ ਹੋ ਚੁੱਕਾ ਹੈ, ਉਹਦੇ ਸਵਾਸ ਮੁੱਕ ਚੁੱਕੇ ਨੇ, ਉਹ ਪ੍ਰਾਣੀ ਮਰ ਚੁੱਕਾ ਹੈ, ਪਰ ਦੂਰੋਂ ਹੀ ਪਰਿਵਾਰ ਨੂੰ ਇਹ ਦਿਖਾਇਆ ਜਾਂਦਾ ਹੈ ਆਕਸੀਜਨ ਲਾ ਕੇ ਵੀ ਇਹਦੇ ਸਾਹ ਚੱਲਦੇ ਪਏ ਨੇ। 3 ਦਿਨ ਬਾਅਦ ਦੇਖਦੇ ਆ ਵੀ ਇਹਨਾਂ ਬਿੱਲ ਇੰਨਾ ਬਣ ਗਿਆ, ਫਿਰ ਉਹਨੂੰ ਕਹਿ ਦਿੰਦੇ ਆ ਵੀ ਸੌਰੀ ਵੀ ਤੁਹਾਡਾ ਅੱਜ ਪ੍ਰਾਣੀ ਅਸੀਂ ਨਹੀਂ ਬਚਾ ਸਕੇ। ਅਸਲ ਵਿੱਚ ਉਹ 3 ਦਿਨ ਪਹਿਲਾਂ ਕਹਾਣੀ ਮੁੱਕ ਗਈ ਸੀ, ਉਹ ਲੱਖਾਂ ਦਾ ਬਿੱਲ ਬਣਾਉਣ ਵਾਸਤੇ ਮੁਰਦੇ ਤੋਂ ਵੀ ਕਮਾਈ ਜਾ ਰਹੇ ਆ। ਇੰਨੀ ਜ਼ਿਆਦਾ ਗਿਰਾਵਟ ਇਨਸਾਨੀਅਤ ਵਿੱਚ ਆ ਗਈ ਹੈ, ਇਨਸਾਨ ਹੀ ਇਨਸਾਨ ਨੂੰ ਲੁੱਟਦਾ ਪਿਆ। ਚਲੋ ਜਿਉਂਦਿਆਂ ਨੂੰ ਜਿਉਂਦਾ ਲੁੱਟੇ, ਪਰ ਅਸੀਂ ਤਾਂ ਮੁਰਦਿਆਂ ਨੂੰ ਵੀ ਨਹੀਂ ਬਖਸ਼ ਰਹੇ ਹਾਂ। ਇੱਥੇ ਕਹਿੰਦੇ ਨੇ ਉਹਨੇ ਉਸੇ ਵੇਲੇ ਆਖਿਆ ਸਿਪਾਹੀਆਂ ਨੂੰ, ਜਾਓ ਜਿੰਨੀਆਂ ਵੀ ਕਬਰਾਂ ਨੇ ਉਹਨਾਂ ਸਾਰੀਆਂ ਕਬਰਾਂ ਨੂੰ ਪੁੱਟ ਦਿਓ ਤੇ ਉਹਨਾਂ ਦੇ ਮੁੱਖ ਵਿੱਚੋਂ ਸਿੱਕੇ ਜਿਹੜੇ ਮਿਲਣ ਉਹ ਲੈ ਕੇ ਆਵੋ ਜੀ। कहू कहू ते पायो सोई ਕਹੂੰ ਤੇ ਪਾਇਓ। ਸਾਰੀਆਂ ਮੁਰਦਿਆਂ ਵਿੱਚੋਂ ਨਹੀਂ, ਸਾਰੀਆਂ ਕਬਰਾਂ ਵਿੱਚੋਂ ਸਿੱਕੇ ਨਹੀਂ ਮਿਲੇ, ਕਿਸੇ ਕਬਰ ਦੇ ਵਿੱਚੋਂ ਇਹ ਸਿੱਕੇ ਜਿਹੜੇ ਮਿਲੇ ਨੇ ਉਹ ਇਕੱਠੇ ਕਰਕੇ ਲਿਆਂਦੇ ਹਨ। ए सब जुल्मी और न कोई ਕਵੀ ਜੀ ਕਹਿੰਦੇ ਇਸ ਤੋਂ ਵੱਡਾ ਜ਼ੁਲਮ ਹੀ ਹੋ ਸਕਦਾ ਕੋਈ? ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਵੀ ਮੁਰਦਿਆਂ ਦੇ ਮੁੱਖ ਵਿੱਚੋਂ ਵੀ ਸਿੱਕੇ ਕੱਢ ਲਏ, ਮੁਰਦਿਆਂ ਨੂੰ ਵੀ ਨਹੀਂ ਬਖਸ਼ਿਆ। ਕਹਿੰਦੇ ਇਸ ਤੋਂ ਵੱਡਾ ਜ਼ੁਲਮ ਕਹਿਰ ਹੋਰ ਕੀ ਹੋ ਸਕਦਾ ਹੈ? गरबा बनते सुन बन खानी ਕਹਿੰਦੇ ਨੇ ਉਸ ਵੇਲੇ ਜੇ ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜੇ ਉਹ ਦਰਵਾਜ਼ੇ ਤੇ ਖਲੋਤੇ ਹੋਏ ਨੇ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਦੱਸ ਰਹੇ ਨੇ ਕਿ ਸਾਡਾ ਬਾਦਸ਼ਾਹ ਕਿਦਾਂ ਦਾ ਹੈ, ਇਹਦੀ ਸੋਚ ਕਿਦਾਂ ਦੀ ਹੈ, ਇਹਦੀ ਜ਼ਮੀਰ ਕਿੰਨੀ ਕੁ ਮਰ ਚੁੱਕੀ ਹੈ, ਇਨਸਾਨੀਅਤ ਇਹਦੇ ਵਿੱਚ ਕਿੰਨੀ ਖਤਮ ਹੋ ਚੁੱਕੀ ਹੈ। ਜਦੋਂ ਇਹਨਾਂ ਦਰਬਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਾਰੀ ਵਿਚਾਰ ਸੁਣਾਈ ਕਿ ਇਹਨੇ ਤਾਂ ਮੁਰਦਿਆਂ ਨੂੰ ਨਹੀਂ ਬਖਸ਼ਿਆ, ਇਹ ਸਾਨੂੰ ਕੀ ਬਖਸ਼ੇਗਾ, ਇਹਨੇ ਤੇ ਕਬਰਾਂ ਨਹੀਂ ਬਖਸ਼ੀਆਂ, ਇਹ ਸਾਡੇ ਘਰ ਕੀ ਬਖਸ਼ੇਗਾ। ਐਸਾ ਜ਼ੁਲਮੀ, ਐਸਾ ਕਹਿਰ ਢਾਉਣ ਵਾਲਾ ਇਹ ਸਾਡਾ ਰਾਜਾ ਹੈ, ਗੁਣ ਖਾਨੀ, ਗੁਣਾਂ ਦੇ ਮਾਲਕ, ਸ਼ੁਭ ਗੁਣਾਂ ਦੇ ਖਜ਼ਾਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਸੁਣਿਆ ਹੈ, कौन दिन संग कई असबानी ਉਹਨਾਂ ਦਾ ਅਰਥ ਫਿਰ ਸਾਰੀ ਗੱਲ ਜਦੋਂ ਵਾਰਤਾ ਸੁਣ ਲਈ, ਸੁਣਨ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ, गुनेगार ए तो चक जाई ਮਾਰੇ ਕਹਿੰਦੇ ਇਹ ਤੇ ਵਾਕਈ ਬਹੁਤ ਵੱਡਾ ਗੁਨਾਹਗਾਰ ਹੈ, ਇਹਦਾ ਗੁਨਾਹ ਤੇ ਬਖਸ਼ਣ ਯੋਗ ਹੀ ਨਹੀਂ ਹੈ, ਇਹ ਤਾਂ ਦੋਜ਼ਖ ਦੀ ਅੱਗ ਵਿੱਚ ਸੜੇਗਾ। ਇੰਨਾ ਵੱਡਾ ਪਾਪ ਇਹਨੇ ਕਮਾਇਆ, ਇੰਨਾ ਵੱਡਾ ਗੁਨਾਹ ਇਹਨੇ ਕੀਤਾ ਹੈ। है सद गैफ जे करो कमाई ਜਿਹੜਾ ਇਦਾਂ ਦੀ ਕਮਾਈ ਕਰਦਾ ਹੈ, ਹੇਰਾ ਫੇਰੀਆਂ ਕਰਕੇ, ਠੱਗੀਆਂ ਕਰਕੇ, ਲੁੱਟਾਂ ਖੋਹਾਂ ਕਰਕੇ, ਦੂਜਿਆਂ ਦੇ ਹੱਕ ਮਾਰਦਾ ਹੈ, ਮੁਰਦਿਆਂ ਨੂੰ ਵੀ ਨਹੀਂ ਬਖਸ਼ਦਾ ਹੈ, ਮਹਾਰਾਜ ਜੀ ਕਹਿੰਦੇ ਨੇ ਇਹੋ ਜੀ ਕਮਾਈ ਇਹਨੂੰ ਨਰਕਾਂ ਵੱਲ ਹੀ ਲੈ ਜਾਂਦੀ ਹੈ। ਨਰਕ ਦਾ ਅਰਥ ਹੈ ਦੁੱਖਾਂ ਦਾ ਭਾਗੀ ਹੀ ਉਹਨੂੰ ਬਣਨਾ ਪੈਂਦਾ ਹੈ। तेग जीवन को ए जग माई ਇਹਦੇ ਧ੍ਰਿਗ ਹੈ ਐਸੇ ਜੀਵਨ ਤੇ, ਧ੍ਰਿਗ ਦਾ ਅਰਥ ਹੈ ਫਿਟਕਾਰ ਹੈ ਐਸੇ ਜੀਵਨ ਤੇ, ਜਿਹੜੇ ਲੋਕ ਇਸ ਤਰ੍ਹਾਂ ਦੀ ਕਮਾਈ ਕਰਕੇ ਆਪਣਾ ਘਰ ਭਰਦੇ ਆ, ਅੱਜ ਵੀ ਵੇਖਣ ਨੂੰ ਮਿਲਦਾ ਹੈ। ਹੁਣ ਜਿਹੜੇ ਸਾਡੇ ਐਸੇ ਲੋਕ ਜਾਂ ਐਸੇ ਬੱਚੇ ਨੇ ਜਿਹੜੇ ਜਿਨ੍ਹਾਂ ਦੇ ਹੱਥ ਪੈਰ ਨਹੀਂ ਚੱਲਦੇ, ਜਾਂ ਇੱਕ ਨਾਮ ਮੈਂ ਲੈ ਲਵਾਂ ਪਿੰਗਲਵਾੜਾ, ਹੁਣ ਉਹ ਉੱਥੇ ਜੋ ਸੇਵਾਵਾਂ ਹੋ ਰਹੀਆਂ ਨੇ ਮੁਬਾਰਕ ਹੈ, ਪਰ ਕਈ ਲੋਕ ਉਹਨਾਂ ਦੇ ਨਾਮ ਤੇ ਵੀ ਆਪਣਾ ਘਰ ਭਰੀ ਜਾਂਦੇ ਆ। ਪਰ ਕਿਹੜੇ ਲੋਕ ਆ, ਤੁਸੀਂ ਬੱਸ ਸਟੈਂਡ ਤੇ ਵੇਖ ਲਓ, ਸਟੇਸ਼ਨ ਤੇ ਵੇਖ ਲਓ, ਗਲੀਆਂ ਬਾਜ਼ਾਰਾਂ ਵਿੱਚ ਵੇਖ ਲਓ, ਉਹ ਉਹਨਾਂ ਦੇ ਨਾਮ ਤੇ ਲੈ ਜਾਂਦੇ ਆ ਤੇ ਘਰ ਆਪਣਾ ਭਰ ਲੈਂਦੇ ਆ। ਉਹ ਜਿਨ੍ਹਾਂ ਦੇ ਹੱਥ ਪੈਰ ਚੱਲਦੇ ਨੇ, ਜਿਨ੍ਹਾਂ ਦੇ ਹੱਥ ਪੈਰ ਜ਼ੁਬਾਨ ਚੱਲਦੀ ਹੈ, ਉਹ ਲੋਕ ਉਹਨਾਂ ਦੀ ਕਮਾਈ ਖਾ ਰਹੇ ਨੇ ਜਿਨ੍ਹਾਂ ਦੇ ਹੱਥ ਪੈਰ ਨਹੀਂ ਚੱਲਦੇ। ਹੁਣ ਇਨਸਾਨੀਅਤ ਕਿੰਨੀ ਮਰ ਚੁੱਕੀ ਹੈ, ਦੇਖ ਲਓ ਕਿ ਜਿਹਦੇ ਹੱਥ ਪੈਰ ਚੱਲਦੇ ਨੇ ਉਹ ਕਮਾਈ ਉਹਨਾਂ ਦੀ ਖਾ ਰਿਹਾ, ਜਿਹਦੇ ਹੱਥ ਪੈਰ ਨਹੀਂ ਚੱਲਦੇ, ਜਿਹੜੇ ਗੂੰਗੇ ਬਹਿਰੇ ਨੇ ਉਹਨਾਂ ਦੀ ਕਮਾਈ ਉਹ ਖਾ ਰਿਹਾ ਜਿਨ੍ਹਾਂ ਨੂੰ ਸੁਣਦਾ ਵੀ ਹੈ ਤੇ ਬੋਲਦੇ ਵੀ। ਕਈ ਆਪਣੀ ਜਿਹੜੀਆਂ ਇਹ ਲੱਤਾਂ ਨੇ ਨਾ, ਇਹ ਪਿੱਛੇ ਨੂੰ ਫੋਲਡ ਕਰਕੇ ਅੱਗੇ ਬਨਾਵਟੀ ਲੱਤਾਂ ਲਾ ਲੈਂਦੇ ਨੇ ਇਸ ਤਰ੍ਹਾਂ ਦੀਆਂ ਕਿ ਜਿਵੇਂ ਪਤਾ ਲੱਗੇ ਵੀ ਇਹਦੀਆਂ ਲੱਤਾਂ ਹੈ ਹੀ ਨਹੀਂ, ਇਹਦੇ ਪੈਰ ਹੈ ਹੀ ਨਹੀਂ। ਰੱਬ ਨੇ ਪੈਰ ਦਿੱਤੇ ਨੇ ਚੱਲਣ ਵਾਸਤੇ, ਪਰ ਇਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਣਾ ਲਿਆ ਵੀ ਜਿਵੇਂ ਲੱਤਾਂ ਪੈਰ ਹੁੰਦੇ ਹੀ ਨਹੀਂ, ਉਹ ਕਮਾਈ ਇਦਾਂ ਕਰਕੇ ਖਾ ਰਿਹਾ। ਵਾਹਿਗੁਰੂ ਮਿਹਰ ਕਰਨ ਇਹੋ ਜਿਹੇ ਲੋਕਾਂ ਨੂੰ ਕਿਤੇ ਸਮਤ ਮਿਲ ਜਾਏ, ਚੰਗੀ ਮੱਤ ਮਿਲ ਜਾਏ, ਇਹਨਾਂ ਦੀ ਅਕਲ ਤੇ ਪਿਆ ਪਰਦਾ ਉੱਠ ਜਾਏ ਕਿ ਅਸੀਂ ਕਿੱਦਾਂ ਦੀ ਕਮਾਈ ਖਾ ਰਹੇ ਹਾਂ।
ਅਸੀਂ ਕਿੰਨਾ ਲੋਕਾਂ ਦੇ ਨਾਮ ਉੱਤੇ ਕਮਾਈ ਖਾ ਰਹੇ ਹਾਂ। ਵਾਹਿਗੁਰੂ ਮਿਹਰ ਕਰਨ। ਗੁਰੂ ਸਾਹਿਬ ਨੇ ਕਿਹਾ ਸੀ ਧਿਆਨ ਰੱਖੀ ਹੱਕ ਪਰਾਇਆ, ਨਾਨਕਾ ਉਸ ਸੁਵਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰਾਇਆ ਜਾਂ ਮੁਰਦਾਰ ਨਾ ਖਾਏ। ਮੁਰਦਾਰ ਤਾਂ ਕੀ ਅਸੀਂ ਤੇ ਮੁਰਦੇ ਵੀ ਨਹੀਂ ਬਖਸ਼ ਰਹੇ ਹਾਂ। ਹੁਣ ਇੱਥੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਆਖਿਆ ਤ੍ਰਿਗ ਜੀਵਨ ਇਹ ਜਗ ਮਾਹੀ, ਇਸ ਜਗਤ ਵਿੱਚ ਇਹੋ ਜਿਹੇ ਲੋਕ ਤ੍ਰਿਕਾਰ ਦੇ ਯੋਗ ਨੇ। ਫਿਟਕਾਰ ਇਹੋ ਜਿਹੇ ਜੀਵਨ ਤੇ ਫਿਟਕਾਰਾਂ ਪੈਂਦੀਆਂ ਹਨ। ਇਹ ਠਾਂ ਲੱਭ ਜਸ ਮਰ ਦੁਖ ਪਾਈ। ਸਾਰੇ ਕਹਿੰਦੇ ਇਹ ਠਾਂ ਅਪ ਜਸ, ਇੱਥੇ ਵੀ ਉਹਨਾਂ ਨੂੰ ਜਸ ਨਹੀਂ ਮਿਲਦਾ, ਵਡਿਆਈ ਨਹੀਂ ਮਿਲਦੀ, ਅੱਗੇ ਉਹ ਥਾਂ ਕੋਈ ਨਹੀਂ ਮਿਲਦੀ ਜਿੱਥੇ ਦੁੱਖ ਘਨੇਰਿਆਂ ਅੱਗੇ ਠਾਉਰ ਨਾ ਠਾਓ। ਨਾ ਉਹਨਾਂ ਦਾ ਲੋਕ ਸੁਖੀ ਹੁੰਦਾ ਨਾ ਪਰਲੋਕ ਸੁਖੀ ਹੁੰਦਾ। ਅੱਜ ਦੇਖੋ ਕਿੰਨੇ ਐਸੇ ਲੋਕ ਜਿਨ੍ਹਾਂ ਨੇ ਆਪਣੇ ਘਰ ਭਰ ਲਏ ਤੇ ਲੋਕਾਂ ਦੀ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ। ਕਿੰਨੇ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਆਪਣੇ ਧੀਆਂ ਪੁੱਤਰਾਂ ਨੂੰ ਮਾਇਆਵੀ ਪਦਾਰਥਾਂ ਦੇ ਸੁੱਖ ਦੇਣ ਲਈ ਦੂਜਿਆਂ ਦੇ ਧੀਆਂ ਪੁੱਤਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ। ਉਹਨਾਂ ਨੂੰ ਨਸ਼ੇ ਲਾ ਕੇ ਅੰਦਰੋਂ ਖੋਖਲੇ ਕਰ ਦਿੱਤਾ ਤੇ ਆਪਣੇ ਧੀਆਂ ਪੁੱਤਰਾਂ ਨੂੰ ਹਰ ਪ੍ਰਕਾਰ ਦੇ ਸੁੱਖ ਆਰਾਮ ਦਿੱਤੇ। ਤੇ ਕੀ ਇਹੋ ਜਿਹੇ ਲੋਕਾਂ ਦੇ ਧੀ ਪੁੱਤ ਸੁਖੀ ਰਹਿੰਦੇ ਆ? ਇਹਨਾਂ ਦੇ ਘਰ ਵਿੱਚ ਕਦੇ ਸੁੱਖ ਆਏਗਾ? ਨਹੀਂ ਆਏਗਾ। ਜਿਹੜੇ ਦੂਜਿਆਂ ਦੇ ਘਰ ਉਜਾੜ ਕੇ ਆਪਣਾ ਘਰ ਵਸਾਉਂਦੇ ਆ ਉਹਨਾਂ ਦੇ ਘਰਾਂ 'ਚ ਖੁਸ਼ੀਆਂ ਕਿਵੇਂ ਆ ਜਾਣਗੀਆਂ? ਜਿਹੜੇ ਦੂਜਿਆਂ ਦੇ ਜਵਾਨ ਧੀਆਂ ਪੁੱਤਰਾਂ ਨੂੰ ਨਸ਼ੇ ਲਾ ਕੇ ਆਪਣੇ ਧੀਆਂ ਪੁੱਤਰਾਂ ਨੂੰ ਖੁਸ਼ੀਆਂ ਦੇਣਾ ਚਾਹੁੰਦੇ ਆ, ਇਹ ਤੇ ਪਤਾ ਉਹਦੇ ਲੱਗਦਾ ਜਦੋਂ ਕੋਈ ਆਪਣਾ ਧੀ ਪੁੱਤ ਨਸ਼ੇ 'ਚ ਲੱਗ ਜਾਏ, ਫਿਰ ਤਾਂ ਮਾਰ ਕੇ ਰੋਂਦੇ ਆ ਵੀ ਅਸੀਂ ਇਹ ਪਾਪ ਦੀ ਕਮਾਈ ਕਿਉਂ ਕੀਤੀ। ਅੱਜ ਕਿਹੜੀ ਚੀਜ਼ ਵਿੱਚ ਮਿਲਾਵਟ ਨਹੀਂ ਹੈ, ਸਾਨੂੰ ਥੋੜੀ ਜ਼ਹਿਰ ਰੋਜ਼ ਦਿੱਤੀ ਜਾ ਰਹੀ ਹੈ। ਅਸੀਂ ਰੋਜ਼ ਥੋੜੀ ਜ਼ਹਿਰ ਦੇ ਆਦੀ ਹੋ ਚੁੱਕੇ ਹਾਂ। ਅੱਜ ਕਿਹੜਾ ਹਸਪੀਟਲ ਹੈ ਜਿਹੜਾ ਖਾਲੀ ਹੋਵੇ, ਜਿੱਥੇ ਕੋਈ ਮਰੀਜ਼ ਨਾ ਆਉਂਦਾ ਹੋਵੇ? ਜਿੱਥੇ ਮਰਜ਼ੀ ਚਲੇ ਜਾਓ ਭਰਿਆ ਪਿਆ ਹੈ। ਜੋ ਦਿਸੈ ਸੋ ਰੋਗੀ, ਕਿਸੇ ਨੂੰ ਥੋੜਾ, ਕਿਸੇ ਨੂੰ ਬਹੁਤਾ, ਕਿਸੇ ਨੂੰ ਇੱਕ ਬਿਮਾਰੀ ਲੱਗੀ ਹੈ, ਕਿਸੇ ਨੂੰ ਹਜ਼ਾਰਾਂ ਲੱਗੀਆਂ ਪਈਆਂ ਨੇ। ਅੱਜ ਕੋਈ ਵੀ ਐਸਾ ਪ੍ਰਾਣੀ ਨਹੀਂ ਹੈ ਜਿਹੜਾ ਰੋਗ ਤੋਂ ਰਹਿਤ ਹੋਵੇ, ਕਿਉਂਕਿ ਜਿਹੜੇ ਮਿਲਾਵਟਖੋਰ ਨੇ ਉਹਨਾਂ ਨੇ ਇਹ ਥੋੜੀ ਵੇਖਿਆ ਵੀ ਕਿਸੇ ਦੇ ਘਰ ਵਿੱਚ ਕੀ ਹੋਣਾ ਕੀ ਨਹੀਂ। ਉਹ ਆਪਣੇ ਘਰ ਭਰਨ ਵਾਸਤੇ ਸਾਨੂੰ ਰੋਜ਼ ਜ਼ਹਿਰ ਦੇ ਰਹੇ ਨੇ। ਪਰ ਜਿੱਦਣ ਜ਼ਹਿਰ ਇਹਨਾਂ ਦੇ ਘਰ ਦੇ ਕਿਸੇ ਜੀ ਨੇ ਖਾ ਲਈ ਨਾ, ਉਸ ਦਿਨ ਤਾਹਾਂ ਮਾਰ ਕੇ ਰੋਂਦੇ ਆ ਵੀ ਅਸੀਂ ਇਹ ਜ਼ਹਿਰ ਦੂਜਿਆਂ ਲਈ ਬਣਾਈ ਸੀ, ਪਰ ਇਹ ਸਾਡੇ ਆਪਣੀ ਜ਼ਹਿਰ ਦਾ ਅਸਰ ਹੋ ਗਿਆ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਇਹ ਇਹੋ ਜਿਹੇ ਲੋਕ ਨਾ ਲੋਕ ਵਿੱਚ ਸੁਖੀ ਰਹਿੰਦੇ ਆ ਨਾ ਪਰਲੋਕ ਵਿੱਚ ਇਹਨਾਂ ਨੂੰ ਥਾਂ ਮਿਲਦੀ ਆ। ਲੋਕ ਗਇਓ ਪਰ ਲੋਕ ਗਵਾਇਓ, ਇਹਨਾਂ ਨੂੰ ਨਾ ਲੋਕ ਵਿੱਚ ਵਡਿਆਈ ਮਿਲਦੀ ਹੈ ਤੇ ਨਾ ਉਹਨਾਂ ਨੂੰ ਪਰਲੋਕ ਵਿੱਚ ਸੁੱਖ ਮਿਲਦਾ ਹੈ। ਜਿਹਨੂੰ ਆਪਾਂ ਸੱਚਖੰਡ ਕਹਿ ਲਈਏ, ਜਿੱਥੇ ਮਾਲਕ ਦਾ ਘਰ ਹੈ। ਅਗੇ ਵਿਸਾਲਾ ਖਤਾ ਬਦਤਾਗਾ। ਕਹਿੰਦੇ ਨੇ ਇਹ ਜਿਹੜੇ ਖਤਾਬੰਦ, ਜਿਹੜੇ ਇਹ ਬਹੁਤ ਵੱਡੀਆਂ ਭੁੱਲਾਂ ਗਲਤੀਆਂ ਕਰਨ ਵਾਲੇ ਲੋਕ ਨੇ, ਕਿ ਇਹ ਪਰਵਤਗਾਰ ਦੇ ਘਰ ਵਿੱਚ ਰਹਿਣ ਦੇ ਯੋਗ ਨੇ? ਕਿ ਪਰਵਤਗਾਰ ਜਿਹੜਾ ਸਾਰੇ ਸੰਸਾਰ ਦੀ ਸੰਭਾਲ ਕਰਨ ਵਾਲਾ, ਕਿ ਉਹ ਆਪਣੇ ਘਰ ਵਿੱਚ ਇਹੋ ਜਿਹੇ ਖਤਾਬੰਦ ਲੋਕ ਰੱਖੇਗਾ? ਨਹੀਂ। ਉੱਥੇ ਸੱਚੇ ਹੀ ਸੱਚ ਨਿਬੜਨ, ਉੱਥੇ ਤਾਂ ਸੱਚ ਦਾ ਨਿਬੇੜਾ ਹੁੰਦਾ, ਕੂੜ ਵਾਲਿਆਂ ਦਾ ਤੇ ਮੁੱਖ ਕਾਲਾ ਹੁੰਦਾ ਉਸ ਮਾਲਕ ਦੇ ਘਰ ਵਿੱਚ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਜਿਹੜੇ ਦਰਵਾਜ਼ੇ ਤੇ ਖਲੋਤੇ ਆ, ਉਹਨਾਂ ਦੇ ਰਾਹੀਂ ਸਾਨੂੰ ਵੀ ਸੰਸਾਰ ਵਿੱਚ ਕਹਿ ਰਹੇ ਆ ਕਿ ਕਦੇ ਪਾਪ ਦੀ ਕਮਾਈ ਨਾ ਕਰੋ, ਨਾ ਕਪਾਪ ਦੀ ਕਮਾਈ ਆਪਣੇ ਘਰ ਲੈ ਕੇ ਆਓ। ਕਹਿੰਦੇ ਨੇ ਇੱਥੇ ਸਾਹਿਬ ਜੀ ਨੇ ਆਖਿਆ ਜਿਹੜੇ ਇਹੋ ਜਿਹੇ ਖਤਾਬੰਦ, ਇਹੋ ਜਿਹੀਆਂ ਭੁੱਲਾਂ ਗਲਤੀਆਂ ਕਰਨ ਵਾਲੇ ਪਾਪੀ ਹੁੰਦੇ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਇਹ ਸਿਰਫ ਹਾਏ ਕਰਦੇ ਆ। ਇਹਨਾਂ ਨੂੰ ਪਰਵਤਗਾਰ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਹੈ। ਜਪ ਹੋਏਗਾ ਕਸ਼ਟ ਮਹਾਨਾ। ਜਦੋਂ ਬਹੁਤ ਵੱਡਾ ਕਸ਼ਟ ਇਹਨਾਂ ਦੇ ਕੀਤੇ ਹੋਏ ਕਰਮ ਦੇ ਅਨੁਸਾਰ, ਬਹੁਤ ਵੱਡਾ ਕਸ਼ਟ ਜਦੋਂ ਇਹਨਾਂ ਨੂੰ ਸਹਿਣਾ ਪੈਂਦਾ ਹੈ, ਤਬ ਪਛਤਾਏ ਵੀ ਜਗ੍ਹਾ ਪਾਨਾ। ਫਿਰ ਇਹ ਪਛਤਾਉਂਦੇ ਨੇ। ਸਾਨੂੰ ਮਹਾਰਾਜ ਨੇ ਕੀ ਆਖਿਆ? ਗੁਰੂ ਕੇ ਸਿੱਖੋ, ਬਾਣੀ ਪੜ੍ਹ ਕੇ ਲਗਾਇਆ ਨਾ ਕਰੋ, ਬਾਣੀ ਪੜ੍ਹ ਕੇ ਸਮਝਿਆ ਕਰੋ। ਸਾਨੂੰ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮਹਾਰਾਜ ਨੇ ਕਹਿ ਦਿੱਤਾ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈ ਹੈ। ਮਹਾਰਾਜ ਕਹਿੰਦੇ ਐਸਾ ਕੰਮ ਮੁੜ ਤੋਂ ਨਾ ਕਰੀ, ਸਾਰਾ ਦਿਨ ਤੇਰੇ ਸਾਹਮਣੇ ਪਿਆ। ਤੂੰ ਸਾਰਾ ਦਿਨ ਕੋਈ ਐਸਾ ਕੰਮ ਨਾ ਕਰੀ ਜਿਹਦੇ ਨਾਲ ਤੈਨੂੰ ਆਉਣ ਵਾਲੇ ਸਮੇਂ 'ਚ ਪਛਤਾਉਣਾ ਪਵੇ। ਨਹੀਂ ਤਾਂ ਕਰ ਅਵਗਣ ਪਛਤਾਵਣਿਆ, ਨਹੀਂ ਤਾਂ ਫਿਰ ਜਿਹੜੇ ਅਵਗਣ ਕੀਤੇ ਆ ਉਹ ਪਛਤਾਉਣਾ ਹੀ ਪੈਣਾ ਬਾਅਦ ਵਿੱਚ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਤਬ ਪਛਤਾਏ। ਫਿਰ ਬਹੁਤ ਪਛਤਾਉਂਦੇ ਨੇ ਲੋਕ ਇਹੋ ਜਿਹੇ ਕਿਹੜੇ? ਕਹਿੰਦੇ ਜਿਹੜੇ ਪਾਪ ਕਮਾਉਂਦੇ ਆ, ਜਦ ਹੋਵੇਂਗੇ ਕਸ਼ਟ ਮਹਾਨਾ। ਜਦੋਂ ਬਹੁਤ ਵੱਡਾ ਕਸ਼ਟ ਇਹਨਾਂ ਦੀ ਜ਼ਿੰਦਗੀ 'ਚ ਆਉਂਦਾ ਹੈ, ਇਹ ਪਛਤਾਉਂਦੇ ਹਨ। ਅਬ ਇੱਕ ਬਾਤੋਂ ਸੁਣੋ ਦਰਬਾਨੋ। ਇਹ ਦਰਬਾਨੋਂ ਪਾਪ ਦਰਵਾਜ਼ੇ ਤੇ ਖਲੋਤੇ ਹੋਏ ਸਿਪਾਹੀ ਮਹਾਰਾਜ ਕਹਿੰਦੇ ਮੇਰੀ ਇੱਕ ਗੱਲ ਧਿਆਨ ਲਾ ਕੇ ਸੁਣਨਾ ਕਰੋ। ਕਾਰੂ ਸੋਗੀ ਮਚਾਏ ਬਖਾਨੋ। ਜਾਓ ਆਪਣੇ ਬਾਦਸ਼ਾਹ ਕਾਰੂ ਨੂੰ ਜਾ ਕੇ ਮੇਰੇ ਵੱਲੋਂ ਇਹ ਆਖਣਾ ਕਰੋ। ਇੱਕ ਫਕੀਰ ਤੁਮਰੇ ਤੱਕ ਆਇਓ। ਉਹਨੂੰ ਆਖੋ ਵੀ ਇੱਕ ਫਕੀਰ ਤੇਰੇ ਦਰਵਾਜ਼ੇ ਤੇ ਆਇਆ ਹੈ, ਮੁਲਾਕਾਤ ਕਰ ਬੇ ਫਰਮਾਇਓ। ਔਰ ਉਹ ਤੇਰੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ। ਸਿਪਾਹੀ ਨੂੰ ਕਹਿ ਰਹੇ ਵੀ ਜਾ ਆਪਣੇ ਬਾਦਸ਼ਾਹ ਨੂੰ ਜਾ ਕੇ ਅੰਦਰ ਕਹਿ ਵੀ ਦਰਵਾਜ਼ੇ ਤੇ ਫਕੀਰ ਆਇਆ ਔਰ ਉਹ ਤੇਰੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ। ਜਾਚਨ ਕੀ ਰੰਚ ਨਹੀਂ ਚਾਹੀ, ਪਰ ਤੇਰੇ ਕੋਲੋਂ ਮੰਗਣ ਦੀ ਕੋਈ ਇੱਛਾ ਨਹੀਂ ਹੈ। ਰੰਜਕ ਮਤ ਕਰਵੀ, ਕਿਉਂਕਿ ਜਿਹੜਾ ਲੋਭੀ ਲਾਲਚੀ ਹੁੰਦਾ ਨਾ, ਉਹਨੂੰ ਜਦੋਂ ਕੋਈ ਮਿਲਣ ਆਵੇ ਉਹਨੂੰ ਪਹਿਲਾਂ ਇਹ ਹੁੰਦਾ ਵੀ ਕੁਝ ਮੰਗਣ ਨਾ ਆਵੇ ਮੇਰੇ ਤੋਂ, ਇਹ ਕੁਝ ਮੇਰੇ ਕੋਲੋਂ ਲੈਣ ਨਾ ਆ ਜਾਵੇ, ਕਿਉਂਕਿ ਲੋਭੀ ਦੇ ਕੁਝ ਨਹੀਂ ਦੇ ਸਕਦਾ। ਸਬਰ ਤੇ ਸੰਤੋਖੀ, ਦੇਖੋ ਅੱਗੇ ਜ਼ਿਕਰ ਕੀਤਾ ਸੀ, ਇੱਕ ਹੁੰਦਾ ਲੁੱਟਣ ਵਾਲਾ, ਇੱਕ ਹੁੰਦਾ ਲੁਟਾਉਣ ਵਾਲਾ। ਲੁੱਟਣ ਵਾਲਾ ਉਹ ਹੁੰਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ, ਉਹ ਲੁੱਟਦਾ ਹੀ ਔਰਤ ਰੱਬ ਦੇ ਘਰ ਨੂੰ ਲੁੱਟ ਕੇ ਖਾ ਜਾਂਦਾ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਜਿਹੜੇ ਹਵਸ ਵਿੱਚ ਹੋਣ ਉਹ ਰੱਬ ਨੂੰ ਨਹੀਂ ਬਖਸ਼ਦੇ, ਬੰਦਿਆਂ ਨੂੰ ਕੀ ਬਖਸ਼ਣਗੇ? ਇਸ ਲਈ ਜਿਹੜੇ ਸਬਰ ਤੇ ਸੰਤੋਖੀ ਹੁੰਦੇ ਆ, ਉਹ ਆਪਣਾ ਸਭ ਕੁਝ ਲੁਟਾ ਕੇ ਵੀ ਕਹਿੰਦੇ ਆ ਵਾਹਿਗੁਰੂ ਮੈਂ ਸ਼ੁਕਰ ਵਿੱਚ ਹਾਂ, ਕਿਉਂਕਿ ਮੇਰੇ ਕਿਸੇ ਦਾ ਭਲਾ ਕਰਨ ਦੇ ਨਾਲ ਜੇ ਕਿਸੇ ਨੂੰ ਖੁਸ਼ੀ ਮਿਲਦੀ ਆ ਤੇ ਉਹਦੇ ਵੱਟੇ ਮੈਨੂੰ ਕਿੰਨੀ ਖੁਸ਼ੀ ਮਿਲੇਗੀ। ਕਿਉਂਕਿ ਅਸੀਂ ਜਿਸ ਗੁਰੂ ਦੇ ਦਰ ਤੇ ਜੁੜੇ ਆ ਨਾ, ਉਹ ਗੁਰੂ ਸਾਹਿਬ ਨੇ ਸਾਨੂੰ ਸਭ ਕੁਝ ਵਾਰਨਾ ਸਿਖਾਇਆ ਹੈ, ਉਹ ਗੁਰੂ ਸਾਹਿਬ ਨੇ ਸਭ ਕੁਝ ਲੁਟਾਉਣਾ ਸਿਖਾਇਆ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਸਭ ਕੁਝ ਸਾਡੇ ਤੋਂ ਵਾਰ ਗਏ ਤੇ ਅੱਜ ਅਸੀਂ ਅਨੰਦਪੁਰ ਸਾਹਿਬ ਜਾਣਾ ਭੁੱਲ ਗਏ ਹਾਂ। ਅਸੀਂ ਸ੍ਰੀ ਕੇਸਗੜ੍ਹ ਸਾਹਿਬ ਜਾਣਾ ਭੁੱਲ ਗਏ ਹਾਂ। ਸਾਨੂੰ ਇਹ ਵੀ ਨਹੀਂ, ਅੱਜ ਦੇ ਬੱਚਿਆਂ ਦੀ ਹਾਲਤ ਇਦਾਂ ਦੀ ਹੋ ਚੁੱਕੀ ਆ ਕਿ ਅੱਜ ਦੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਵੀ ਸ੍ਰੀ ਕੇਸਗੜ੍ਹ ਸਾਹਿਬ ਹੈ ਕਿੱਥੇ। ਇਹ ਵੀ ਨਹੀਂ ਪਤਾ ਸ੍ਰੀ ਕੇਸਗੜ੍ਹ ਸਾਹਿਬ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿਮਤ ਵਰਤਾਈ, ਇਹ ਵੀ ਨਹੀਂ ਪਤਾ ਕਈ ਬੱਚਿਆਂ ਨੂੰ। ਮੇਰੇ ਨਾਲ ਬੈਠੇ ਆ ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਨੇ, ਪੁੱਛ ਲਿਓ ਬਾਅਦ ਵਿੱਚ। ਕੱਲ ਪਰਸੋਂ ਵਿਦਿਆਰਥੀ ਆਇਆ, ਪੜ੍ਹਾਈ ਉਹਨੇ ਬਹੁਤ ਪੜ੍ਹ ਲਈ ਹੈ, ਪਰ ਜਦੋਂ ਉਹਨੂੰ ਪੁੱਛਿਆ 5 ਪਿਆਰਿਆਂ ਦੇ ਨਾਮ ਨਹੀਂ ਦੱਸੇ। ਆ ਪਰਸੋਂ ਦੀ ਗੱਲ ਹੈ, ਅੱਗੇ ਵੀ ਦਾਸ ਨੇ ਬੜੀ ਵਾਰ ਜ਼ਿਕਰ ਕੀਤਾ, ਪਰ ਉਹ +2 ਤੋਂ ਵੀ ਅੱਗੇ ਪੜ੍ਹਾਈ ਪੜ੍ਹ ਚੁੱਕਾ ਹੈ। ਤੇ ਜਦੋਂ ਉਹਨੂੰ ਪੁੱਛਿਆ, ਉਹ ਕਹਿੰਦੇ ਵੀ ਮੈਂ ਇੱਥੇ ਗੁਰਮਤਿ ਦੀ ਵਿਦਿਆ ਲੈਣਾ ਚਾਹੁੰਦਾ। ਆਖਿਆ ਮੁਬਾਰਕ ਹੈ, ਕਿਉਂਕਿ ਅਸੀਂ ਤੇ ਉਡੀਕਦੇ ਹਾਂ ਸਾਡੇ ਕੋਈ ਬੱਚੇ ਆਉਣ ਤੇ ਗੁਰਮਤਿ ਦੀ ਵਿਦਿਆ ਲੈਣ। ਪਰ ਆਖਿਆ ਵੀ ਚੱਲ ਆਇਆ ਤੇ ਮੈਨੂੰ 5 ਪਿਆਰਿਆਂ ਦੇ ਨਾਮ ਸੁਣਾ, ਤੇ ਨਹੀਂ ਬੋਲਿਆ। ਆ ਬੈਠਾ ਪੁੱਛ ਲਿਓ ਕੋਲ, 5 ਪਿਆਰਿਆਂ ਵਿੱਚੋਂ ਇੱਕ ਦਾ ਨਾਮ ਵੀ ਨਹੀਂ ਸੁਣਾਇਆ। 10 ਗੁਰੂ ਸਾਹਿਬਾਨ ਬੋਲਿਆ ਹੀ ਨਹੀਂ, ਚੁੱਪ ਕਰਕੇ ਬੈਠਾ ਰਿਹਾ। ਤੇ ਸਾਡੇ ਬੱਚਿਆਂ ਦਾ ਕੀ ਹਾਲ ਹੋਏਗਾ? ਤੇ ਜਦੋਂ ਆਖਿਆ ਸਕੂਲ ਵਿੱਚ ਕੋਈ ਇਤਿਹਾਸ ਨਹੀਂ ਪੜਾਇਆ, ਕੋਈ ਗੁਰੂ ਸਾਹਿਬ ਬਾਰੇ ਨਹੀਂ ਦੱਸਿਆ, ਉਹ ਕਹਿੰਦੇ ਦੱਸਿਆ ਹੀ ਕੁਝ ਨਹੀਂ ਗਿਆ।
ਸਾਨੂੰ ਇਹ ਬੇਨਤੀ ਹੈ ਬਾਰ-ਬਾਰ ਕਿ ਅਸੀਂ ਜਿਹੜੇ ਬਾਹਰ ਦੀਆਂ ਵਿਦਿਆਵਾਂ ਦੇ ਸਕੂਲ ਨੇ ਸਾਨੂੰ ਕਮ ਸੇ ਕਮ ਇਹ ਜਿਹੜੇ ਸਕੂਲ ਵਿੱਚ ਪੜ੍ਹਾਏ ਜਾਂਦੇ ਆ ਮੁਬਾਰਕ ਹੈ, ਪਰ ਜਿਨ੍ਹਾਂ ਵਿੱਚ ਇਹ ਪੜ੍ਹਾਈ ਨਹੀਂ ਹੁੰਦੀ ਉਹ ਜ਼ਰੂਰ ਇੱਕ ਕਲਾਸ ਲਗਾਇਆ ਕਰੋ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ 10 ਗੁਰੂ ਸਾਹਿਬਾਨ ਉਹਨਾਂ ਦਾ ਇਤਿਹਾਸ ਕੀ ਹੈ, ਪੰਜ ਪਿਆਰੇ ਜਿਹੜੇ ਆ ਉਹ ਉਹਨਾਂ ਦੀ ਚੋਣ ਕਿਵੇਂ ਕੀਤੀ ਗਈ ਆ, ਖਾਲਸਾ ਪੰਥ ਦੀ ਸਿਰਜਣਾ ਕਿਵੇਂ, ਵਿਸਾਖੀ ਦਾ ਪੁਰਬ ਤੇ ਆਪਾਂ ਖੁਸ਼ੀਆਂ ਨਾਲ ਮਨਾ ਲੈਣਾ। ਪਰ ਸਾਨੂੰ ਕਮ ਸੇ ਕਮ ਇਹ ਤਾਂ ਪਤਾ ਹੋਵੇ ਕਿ ਖੰਡੇ ਦੀ ਪੌਲ ਕਿੱਥੇ ਤਿਆਰ ਕੀਤੀ ਹੈ, ਗੁਰੂ ਮਹਾਰਾਜ ਨੇ ਖਾਲਸਾ ਕਿੱਥੇ ਪ੍ਰਗਟ ਕੀਤਾ ਹੈ। ਇਹ ਬੜੀਆਂ ਗੱਲਾਂ ਨੇ ਐਸੀਆਂ ਜਿਹੜੀਆਂ ਅੱਜ ਅਸੀਂ ਵਿਸਾਰਦੇ ਜਾ ਰਹੇ ਹਾਂ, ਤੇ ਜਿਹਨੂੰ ਆਨੰਦਪੁਰ ਸਾਹਿਬ ਨਹੀਂ ਪਤਾ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਪਤਾ ਹੋਵੇਗਾ, ਉਹਨੂੰ ਕੀ ਪਤਾ ਹੋਵੇਗਾ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਨੂੰ ਕਿਵੇਂ। ਇਹ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪੈਣੀ, ਅੱਗੇ ਵੀ ਬੇਨਤੀ ਕੀਤੀ ਸੀ ਔਰ ਕਰਦੇ ਰਹਿਣਾ ਹੈ। ਅੱਜ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਬਿਠਾ ਕੇ ਇਹਨਾਂ ਨੂੰ ਗੁਰਮਤ ਦੀ ਗੁਰਦੀ ਆਪ ਦਿਓ, ਇਹਨਾਂ ਨੂੰ ਗੁਰਮਤ ਦੀ ਵਿਦਿਆ ਆਪ ਦਿਓ ਤਾਂ ਕਿ ਜਦੋਂ ਇਹ ਬਚਪਨ ਤੋਂ ਜੋਬਨ ਵਿੱਚ ਆਉਣ ਤੇ ਇਹਨਾਂ ਨੂੰ ਜਿਹੜਾ ਐਸੇ ਰੰਗੇ ਜਾਣ ਕਿ ਇਹਨਾਂ ਨੂੰ ਗੁਰੂ ਸਾਹਿਬ ਦੇ ਨਾਮ ਕਦੇ ਵਿਸਰਨ ਹੀ ਨਾ, ਇਹਨਾਂ ਨੂੰ ਕਦੇ ਬਾਣੀ ਤੇ ਬਾਣੀ ਜਿਹੜੀ ਹੈ ਇਹ ਕਦੇ ਵਿਸਰੇ ਹੀ ਨਾ। ਅੱਜ ਜ਼ਰੂਰਤ ਹੈ। ਹੁਣ ਕਹਿੰਦੇ ਨੇ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨੂੰ ਗੱਲ ਚੱਲੀ ਸੀ ਲੋਭੀ ਤੋਂ, ਵੀ ਲੋਭੀ ਬੰਦਾ ਜਦੋਂ ਕੋਈ ਮਿਲਣ ਆਵੇ ਨਾ ਉਹ ਸੋਚ ਲੈਂਦਾ ਵੀ ਕੁਝ ਮੰਗ ਨਾ ਲਵੇ ਮੇਰੇ ਤੋਂ, ਤੇ ਸਬਰ ਸੰਤੋਖ ਵਾਲਾ ਕਹਿੰਦਾ ਸ਼ੁਕਰ ਹੈ ਮਾਲਕ ਨੇ ਮੇਰੇ ਹੱਥਾਂ ਤੋਂ ਸੇਵਾ ਲੈ ਲਈ, ਕਿਸੇ ਦਾ ਭਲਾ ਹੋ ਗਿਆ ਉਹ ਸ਼ੁਕਰ ਕਰਦਾ ਹੈ ਮਾਲਕ ਦੇ ਚਰਨਾਂ। ਭਾਈ ਸ਼ੀਹਾਂ ਦਾ ਜੀਵਨ ਸੁਣਿਆ ਤੁਸੀਂ, ਗੁਰੂ ਅੰਗਦ ਸਾਹਿਬ ਜੀ ਵੇਲੇ ਮਸਾਂ ਦਿਹਾੜੀ ਲਾਈ ਸੀ, ਕੁਝ ਆਟਾ ਮਿਲਿਆ ਕੁਝ ਦਾਲ, ਘਰ ਜਾ ਕੇ ਘਰ ਵਾਲੀ ਨੂੰ ਕਹਿੰਦਾ ਵੀ ਲੈ ਜੋ ਆਟਾ ਦਾਲ ਹੈ ਬਣਾ ਲੈ। ਹੁਣ ਉਸ ਘਰ ਵਾਲੀ ਉਹਦੇ ਇਹਨਾਂ ਦੇ ਘਰ ਇੱਕ ਛੋਟਾ ਬੱਚਾ ਹੈ, ਸਬਰ ਦੇਖੋ ਅੰਦਰ ਕਿੰਨਾ ਕੁ ਹੈ। ਕਹਿੰਦੇ ਨੇ 3 ਪ੍ਰਸ਼ਾਦੇ ਤਿਆਰ ਹੋਏ ਤੇ ਘਰ ਵਾਲੀ ਨੇ ਆਖਿਆ ਸੀ ਮੇਰੇ ਸਿਰ ਦੇ ਸਾਈਂ ਤੂੰ ਦਿਹਾੜੀ ਲਾ ਕੇ ਆਇਆ, ਤੂੰ 2 ਛਕ ਨਾ ਇੱਕ ਹੀ ਛਕ ਲੈਣੀ ਆ, ਮੈਂ ਤੇ ਘਰ ਲੈਣੀ ਆ। ਉਹਨੇ ਆਖਿਆ ਨਹੀਂ ਤੇਰੀ ਗੋਦ ਵਿੱਚ ਬੱਚਾ ਹੈ, ਇਹਨੇ ਵੀ ਦੁੱਧ ਪੀਣਾ ਹੁੰਦਾ, ਖੁਰਾਕ ਚਾਹੀਦੀ ਹੈ, ਇਸ ਲਈ ਤੂੰ 2 ਖਾ ਲੈ ਮੈਂ 1 ਖਾ ਲਾਂਗਾ। ਕਿੰਨੇ ਨੂੰ ਫਕੀਰ ਆ ਜਾਂਦਾ ਦਰਵਾਜ਼ੇ ਤੇ, ਉਹਨੇ ਆਖਿਆ ਛੱਡੋ ਆਪਾਂ ਇੱਕ ਆਪਾਂ ਖਾ ਲੈਂਦੇ ਆ, 1 ਫਕੀਰ ਨੂੰ ਦੇ ਦਿੰਦੇ ਆ। ਇਹ ਸਬਰ ਤੇ ਸੰਤੋਖ ਵਾਲਾ ਹੈ। ਕਹਿੰਦੇ ਫਕੀਰ ਨੂੰ ਇਹ ਘਰ ਇਮਾਨਦਾਰੀ ਵਾਲਾ ਸੀ, ਉਹਨੂੰ ਪ੍ਰਸ਼ਾਦਾ ਸਵਾਦ ਲੱਗਾ, ਉਹਨੇ ਆਖਿਆ ਜੇ ਹੋਰ ਮਿਲ ਜਾਏ, ਉਹਨੇ ਆਖਿਆ ਕੋਈ ਗੱਲ ਨਹੀਂ ਆਪਾਂ ਅੱਧਾ ਖਾ ਲਵਾਂਗੇ, ਫਕੀਰ ਆਇਆ ਖਾਲੀ ਨਾ ਜਾਵੇ। ਉਹਨਾਂ ਨੇ ਦੂਜਾ ਪ੍ਰਸ਼ਾਦਾ ਵੀ ਦੇ ਦਿੱਤਾ ਤੇ ਅੱਧਾ ਖਾ ਕੇ ਪਾਣੀ ਦਾ ਘੁੱਟ ਭਰ ਕੇ ਆਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ। ਉਹਨਾਂ ਆਖਿਆ ਸ਼ੁਕਰ ਹੈ ਤੇਰਾ, ਭਾਵੇਂ ਕਈ ਦਿਨ ਬਾਅਦ ਅੱਜ ਘਰ ਵਿੱਚ ਆ ਖੇਡ ਵਰਤੀ ਸੀ, ਉਧਰੋਂ ਫਕੀਰ ਆਇਆ ਪਰ ਸਬਰ ਨਹੀਂ ਅੰਦਰ ਦਾ ਟੁੱਟਣ ਦਿੱਤਾ। ਪਰ ਜੇ ਲੋਭੀ ਕਹਿੰਦਾ ਵੀ ਇਹ ਆਇਆ ਤੇ ਆ ਕਿੱਥੋਂ ਗਿਆ, ਮੈਂ ਤੇ ਇਹਨੂੰ ਲੁੱਟਣ ਨੂੰ ਫਿਰਦਾ, ਇਹ ਮੇਰੇ ਕੋਲੋਂ ਮੰਗਣ ਨੂੰ ਆ ਗਿਆ। ਹੁਣ ਇੱਥੇ ਧਿਆਨ ਦੇ ਕੇ ਸੁਣਿਓ, ਮਹਾਰਾਜ ਕਹਿੰਦੇ ਉਹਨੂੰ ਕਹੋ ਵੀ ਫਕੀਰ ਆਇਆ ਪਰ ਉਹ ਤੇਰੇ ਤੋਂ ਕੁਝ ਮੰਗਣ ਨਹੀਂ ਆਇਆ। ਐਵੇਂ ਤੂੰ ਕਹਿੰਦੇ ਮੈਂ ਨਹੀਂ ਮਿਲਣਾ ਫਕੀਰ ਨੂੰ, ਉਹ ਤੇਰੇ ਕੋਲੋਂ ਕੁਝ ਨਹੀਂ ਮੰਗੇਗਾ। ਜਾਚਨ ਕੀ ਰੰਚਕ ਨੇ ਜਹਾਂ, ਰੰਚਕ ਮੈਨੇ ਥੋੜਾ ਜਿਹਾ, ਉਹ ਥੋੜੀ ਜਿਹੀ ਵੀ ਮੰਗਣ ਦੀ ਭਾਵਨਾ ਰੱਖ ਕੇ ਨਹੀਂ ਆਇਆ ਹੈ। ਮਿਲਨ ਪੇ ਜੋਜਨ ਬਿਨ ਕਛ ਨਹੀਂ, ਸਿਰਫ ਇੱਕ ਤੈਨੂੰ ਮਿਲਣਾ ਹੈ, ਹੋਰ ਕੋਈ ਮਨੋਰਥ ਨਹੀਂ ਹੈ। ਬਹਿਰਵਾਨ ਕਰ ਦਰਸ਼ਨ ਲੀਜੇ, ਇਸ ਲਈ ਉਹਨੂੰ ਕਹੋ ਵੀ ਬਾਹਰ ਆ ਤੇ ਆ ਕੇ ਉਸ ਫਕੀਰ ਨੂੰ ਮਿਲਣਾ ਕਰ। ਸੁਨੋ ਬਚਨ ਪੁਨ ਆਪ ਬਨੀਜੇ, ਇਸ ਲਈ ਤੂੰ ਜੋ ਉਹਨਾਂ ਨੇ ਬੋਲਣੇ ਆ ਤੂੰ ਆ ਕੇ ਕੇਵਲ ਸੁਣ ਲੈ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਆ ਸਿਪਾਹੀ ਨੂੰ ਵੀ ਜਾ ਕੇ ਆਪਣੇ ਰਾਜੇ ਨੂੰ ਸੁਨੇਹਾ ਦੇ ਦੇ। ਮ੍ਰਿਦੁਲ ਬਚਨ ਸ੍ਰੀ ਗੁਰੂ ਤੇ ਸੁਣ ਕੇ, ਇਹ ਪਿਆਰ ਵਾਲੇ ਬੋਲ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਸਿਪਾਹੀ ਨੇ ਸੁਣੇ ਹਨ, ਕਹਿ ਦਰਬਾਰ ਸੰਤ ਪਦ ਬਣ ਕੇ, ਉਸੇ ਵੇਲੇ ਉਹ ਸਿਪਾਹੀ ਉਹ ਦਰਬਾਰ ਜਿਹੜਾ ਦਰਵਾਜ਼ੇ ਤੇ ਖਲੋਤਾ ਸੀ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਗਿਆ ਹੈ। ਪਹੁੰਚੇ ਕਾਰੂ ਕੇ ਰਾਗਾਰੀ, ਕਾਰੂ ਜਿਹੜਾ ਬਾਦਸ਼ਾਹ ਇਸ ਦੇਸ਼ ਦਾ ਰਾਜਾ ਹੈ ਉਹਦੇ ਕੋਲ ਪਹੁੰਚਿਆ ਹੈ। ਹੱਥ ਬੰਦ ਕਰ ਗਿਆ ਵਿਚਾਰੀ, ਔਰ ਦੋਵੇਂ ਹੱਥ ਜੋੜ ਕੇ ਆਖਣਾ ਕੀਤਾ, ਇੱਕ ਦਰਵੇਸ਼ ਅਬੂਏ ਬਾਬਾ, ਕਹਿੰਦੇ ਹੇ ਰਾਜਨ ਤੇਰੇ ਦਰਵਾਜ਼ੇ ਉੱਤੇ ਇੱਕ ਫਕੀਰ ਆਇਆ ਹੈ, ਅਧਿਕ ਪ੍ਰਤਾਪਨ ਲਗ ਬਾਬਾ। ਉਹ ਬੜੇ ਪ੍ਰਤਾਪ ਵਾਲਾ ਲੱਗਦਾ ਹੈ, ਉਹਦਾ ਚਿਹਰੇ ਤੇ ਬੜਾ ਰੂਹਾਨੀ ਉਹਦਾ ਚਿਹਰਾ ਹੈ, ਉਹਦੇ ਚਿਹਰੇ ਤੇ ਰੰਗਤ ਹੈ, ਉਹ ਤੇਰੇ ਦਰਵਾਜ਼ੇ ਤੇ ਆਇਆ ਹੈ। ਮ੍ਰਿਦੁਲ ਬਚਨ ਜੈਨਿਕ ਸੁਭਾਵ, ਔਰ ਉਹਦੇ ਬੋਲ ਬੜੇ ਮਿੱਠੇ ਨੇ, ਉਹਦਾ ਸੁਭਾਅ ਬੜਾ ਪਿਆਰ ਵਾਲਾ ਹੈ, ਸੁੰਦਰ ਰੂਪ ਸਬਨ ਮਨ ਪਾਵੋ, ਔਰ ਉਹਦਾ ਸਰੂਪ ਬੜਾ ਸੁੰਦਰ ਹੈ, ਮਨ ਨੂੰ ਭਾਉਂਦਾ ਹੈ। ਜਾਤਨ ਕੀਜੇ ਚਾਨ ਕਾਈ, ਔਰ ਕੋਈ ਅੰਦਰ ਮੰਗਣ ਦੀ ਚਾਹਤ ਨਹੀਂ ਹੈ, ਰਾਬਰ ਕੋ ਮਿਲਨੇ ਫਰਮਾਈ, ਸਿਰਫ ਤੇ ਸਿਰਫ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ। ਉਹ ਫਕੀਰ ਕੁਝ ਨਹੀਂ ਮੰਗਣਾ, ਸਿਰਫ ਤੁਹਾਨੂੰ ਮਿਲਣਾ ਚਾਹੁੰਦਾ ਹੈ। ਕਿਉਂ ਸਨ ਕਾਰੂ ਦਰਬਾਰ ਆਇਓ, ਉਹ ਕਾਰੂ ਖੁਸ਼ ਹੋ ਗਿਆ ਵੀ ਫਕੀਰ ਆਇਆ, ਉਹ ਵੀ ਮੰਗਣਾ ਕੁਝ ਨਹੀਂ ਉਹਨੇ। ਚਲੋ ਜੇ ਕੁਝ ਨਹੀਂ ਮੰਗਣਾ ਤੇ ਆਪਣਾ ਕੀ ਲੈ ਜਾਏਗਾ, ਉਹ ਇੱਕ ਵਾਰੀ ਚੱਲ ਕੇ ਮਿਲ ਲੈਂਦੇ ਆ। ਕਹਿੰਦੇ ਇਹ ਕਾਰੂ ਬਾਦਸ਼ਾਹ ਚੱਲ ਕੇ ਦਰਵਾਜ਼ੇ ਤੇ ਆ ਗਿਆ, ਸ਼੍ਰੀ ਨਾਨਕ ਕੋ ਦਰਸ਼ਨ ਪਾਇਓ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ ਕਰਦਾ ਹੈ। ਬੰਦਨ ਕਰ ਪਾਟਾ ਡਗਾਰੀ, ਕਹਿੰਦੇ ਨੇ ਰਾਜਾ ਫਕੀਰ ਦਾ ਰੂਪ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਕੇ ਹੱਥ ਜੋੜ ਕੇ ਖਲੋ ਗਿਆ। ਸੰਗ ਵੀਰ ਮਾਨਵ ਕੀ ਪਾਰੀ, ਕਹਿੰਦੇ ਇਹਦੇ ਲੋਕ ਜਿੰਨੇ ਵੀ ਸਿਪਾਹੀ ਸੀ ਕਾਫੀ ਭੀੜ ਇਹਦੇ ਕੋਲ ਇਕੱਠੀ ਹੋਈ, ਆਪ ਜਿੰਨੇ ਵੀ ਇਹਦੇ ਸਿਪਾਹੀ ਸੀ ਆ ਕੇ ਕੋਲ ਖਲੋ ਗਏ। ਇਸ ਵੇਲੇ ਸ਼੍ਰੀ ਨਾਨਕ ਤਵੇ ਬੈਠੇ ਕਰੀ ਤਾ, ਜਦੋਂ ਇਹ ਆਇਆ ਨਾ ਬਾਹਰ ਉਦੋਂ ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਤੇ ਬੈਠੇ ਸਨ। ਬੀਨ ਬੋਟੀ ਕਰੀ ਪਾਵੇ ਪਟਕੇ ਮਾਂ, ਉੱਥੇ ਨਾ ਕੁਝ ਠੀਕਰੀਆਂ ਪਈਆਂ ਸੀ, ਉਹ ਕਹਿੰਦੇ ਠੀਕਰੀਆਂ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਉਹਨੂੰ ਸਮਝਾਉਣ ਦਾ ਹੁਣ ਇੱਕ ਤਰੀਕਾ ਵੀ ਤੇ ਬਣਾਉਣਾ, ਸਿੱਧੇ ਤਰ੍ਹਾਂ ਉਹਨੂੰ ਕਹਿੰਦੇ ਤੇ ਉਹਨੇ ਸਮਝਣਾ ਨਹੀਂ ਸੀ, ਉਹਨੂੰ ਸਮਝਾਉਣ ਲਈ ਇੱਕ ਜੁਗਤੀ ਬਣਾਈ। ਕੁਝ ਠੀਕਰੀਆਂ ਇੱਕ ਠੀਕਰੀ ਚੁੱਕ ਕੇ ਗੁਰੂ ਸਾਹਿਬ ਜੀ ਉਹਨੂੰ ਪੱਲੇ ਬੰਨ ਰਹੇ ਹਨ। ਦੇਖਤ ਕਰੂ ਗਿਆ ਵਿਚਾਰੀ, ਹੁਣ ਇੱਕ ਠੀਕਰੀ ਜਾਂ ਕਹਿ ਲਓ ਕਿ ਮਹਾਰਾਜ ਨੇ ਹਜ਼ੂਰੀਆ ਆ ਗਲ ਵਿੱਚ ਪਾਇਆ ਜਿਹੜਾ ਉਹਨੂੰ ਇਸ ਤਰ੍ਹਾਂ ਖੋਲ ਕੇ ਇੱਕ ਠੀਕਰੀ ਉਹਦੇ ਵਿੱਚ ਰੱਖ ਰਿਹਾ। ਜਦੋਂ ਇਹ ਠੀਕਰੀ ਮਿੱਟੀ ਦੀਆਂ ਬਣੀਆਂ ਹੋਈਆਂ ਜਦੋਂ ਦੇਖਿਆ ਕਾਰੂ ਬਾਦਸ਼ਾਹ ਨੇ ਇਹ ਫਿਰ ਬੋਲਣ ਲੱਗਾ, ਬੀਨ ਠੀਕਰੀ ਕਿਉਂ ਕਰੀ, ਕੀਮ ਦਾ ਅਰਥ ਚੁਣ ਕੇ। ਕਹਿੰਦੇ ਤੁਸੀਂ ਆ ਚੁਣ ਕੇ ਠੀਕਰੀਆਂ ਕੀ ਕਰ ਰਹੇ ਹੋ, ਕਰੋ ਕਬਾਦੇ ਬੇਟੇ ਕਾਜੂ, ਇਹ ਬੇਅਰਥ ਐਵੇਂ ਸਮਾਂ ਗਵਾਈ ਜਾਂਦੇ ਹੋ ਫਕੀਰ, ਤੂੰ ਆਪਣਾ ਸਮਾਂ ਗਵਾ ਰਿਹਾ ਹੈ, ਆ ਠੀਕਰੀਆਂ ਤੇਰੇ ਕੰਮ ਨਹੀਂ ਆਉਣੀਆਂ। ਇਨਕੋ ਸੰਚ ਕਰੋ ਕਿਆ ਕਾਜੂ, ਇਹਨਾਂ ਨੂੰ ਇਕੱਠੀਆਂ ਕਰਕੇ ਤੂੰ ਕਿਹੜਾ ਕੰਮ ਸਵਾਰਨਾ ਹੈ। ਸੁਣ ਕੇ ਸ਼੍ਰੀ ਗੁਰੂ ਬਹਿਨ ਉਚਾਰੇ, ਧੰਨ ਗੁਰੂ ਨਾਨਕ ਸਾਹਿਬ ਦੇਖੋ ਕੈਸੀ ਖੇਡ ਆ ਬਾਬਾ ਨਾਨਕ ਜੀ ਦੀ। ਸਵਾਲ ਗੁਰੂ ਨਾਨਕ ਸਾਹਿਬ ਨੂੰ ਕਰਨਾ ਹੈ ਪਰ ਸਵਾਲ ਰਾਜਾ ਕਰ ਰਿਹਾ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੂੰ ਵੀ ਇਹ ਠੀਕਰੀਆਂ ਕਿਉਂ ਇਕੱਠੀਆਂ ਕਰ ਰਹੇ ਹੋ, ਕੀ ਇਹਦੇ ਨਾਲ ਤੁਹਾਡਾ ਕਾਰਜ ਸਫਲੇਗਾ, ਕਾਹਦੇ ਵਾਸਤੇ ਤੁਸੀਂ ਇਹਨੂੰ ਚੁਣ ਕੇ ਇਕੱਠੀਆਂ ਕਰ ਰਹੇ ਹੋ। ਅੱਗੋਂ ਫਿਰ ਗੁਰੂ ਸਾਹਿਬ ਜੀ ਬੋਲੇ ਹਨ, ਚੱਲੇ ਠੀਕਰੀ ਸੰਗ ਮਾਰੇ, ਕਹਿੰਦੇ ਇਹ ਤਾਂ ਸਾਡੇ ਨਾਲ ਜਾਣੀਆਂ ਨੇ, ਜਦੋਂ ਦੁਨੀਆ ਤੋਂ ਚੱਲਣਾ ਨਾ ਕੱਪੜ ਰੂਪ ਸੁਭਾਵਨਾ ਛੱਡ ਦੁਨੀਆ ਅੰਦਰ ਜਾਵਣਾ। ਕਹਿੰਦੇ ਠੀਕਰੀਆਂ ਸਾਡੇ ਨਾਲ ਜਾਣੀਆਂ ਹਨ, ਬੀਨ ਕਰੋ ਜਾ ਤੋ ਇਕਠਾਈ, ਇਸ ਕਰਕੇ ਇਹਨੂੰ ਚੁਣ ਕੇ ਅਸੀਂ ਇਕੱਠੀਆਂ ਕਰ ਰਹੇ ਹਾਂ। ਪਰ ਲੋਕੇ ਮੈਂ ਕਾਜ ਸਵਾਈ, ਇਹ ਸਾਡੇ ਪਰਲੋਕ ਵਿੱਚ ਕੰਮ ਆਉਣਗੀਆਂ। ਗੁਰੂ ਸਾਹਿਬ ਮਹਾਰਾਜ ਕਹਿੰਦੇ ਪਰਲੋਕ ਵਿੱਚ ਕੰਮ ਆਉਣਗੀਆਂ। ਹੈ ਦਰਵੇਸ਼ ਨਾ ਕਰੋ ਵਿਚਾਰੀ, ਉਹ ਅੱਗੋਂ ਪਤਾ ਕੀ ਕਹਿੰਦਾ ਹੈ ਦਰਵੇਸ਼, ਭਾਵ ਕਿ ਜਿਵੇਂ ਹੈਰਾਨੀ ਵਿੱਚ ਵੀ ਇਹ ਦਰਵੇਸ਼ ਆ ਠੀਕਰੀਆਂ ਕਿੱਥੇ ਕੰਮ ਆਉਣਗੀਆਂ, ਇਹ ਠੀਕਰੀਆਂ ਇੱਥੇ ਨਹੀਂ ਕੰਮ ਆਉਣੀਆਂ ਤੇ ਉਸ ਮਾਲਕ ਦੀ ਦਰਗਾਹ ਵਿੱਚ ਕਿਵੇਂ ਕੰਮ ਆਉਣਗੀਆਂ। ਕੈਸੇ ਠੀਕਰੀ ਜਾਏ ਅਗਾਰੀ, ਔਰ ਦੂਜੀ ਗੱਲ ਪਹਿਲੀ ਗੱਲ ਤੇ ਇੱਥੇ ਨਹੀਂ ਕੰਮ ਆਏਗੀ ਉੱਥੇ ਕਿਵੇਂ ਆਏਗੀ।
ਦੂਜੀ ਗੱਲ ਵੀ ਇਹ ਠੀਕਰੀ ਅੱਗੇ ਕਿਵੇਂ ਜਾਏਗੀ? ਇਹ ਠੀਕਰੀਆਂ ਤੇ ਅੱਗੇ ਜਾਣੀਆਂ ਹੀ ਨਹੀਂ ਹਨ, ਦੇਹ ਸੰਗ ਕੀਆਂ ਰੇ ਹੈ ਕਿਉਂਕਿ ਆ ਦੇਹ ਆ ਸਰੀਰ ਇੱਥੇ ਰਹਿ ਜਾਣਾ ਹੈ। ਤ੍ਰੇਣਾ ਸਮਾਨ ਕਛ ਸੰਗ ਨ ਜੇਗੇ ਇੱਕ ਘਾਹ ਦਾ ਤੀਲਾ ਵੀ ਨਾਲ ਨਹੀਂ ਜਾਣਾ। ਆਪੇ ਹੀ ਹੁਣ ਜਵਾਬ ਦੇਈ ਜਾਂਦਾ ਜਿਹੜੀ ਗੱਲ ਗੁਰੂ ਸਾਹਿਬ ਨੇ ਸਮਝਾਉਣੀ ਆ, ਕਹਿੰਦੇ ਤ੍ਰਿਣ ਸਮਾਨ, ਘਾਹ ਦੇ ਤੀਲੇ ਜਿੰਨਾ ਸਮਾਨ ਵੀ ਨਾਲ ਨਹੀਂ ਜਾਏਗਾ। ਜਦੋਂ ਇੰਨੀ ਗੱਲ ਗੁਰੂ ਸਾਹਿਬ ਜੀ ਨੂੰ ਇਹਨੇ ਅੱਗੋਂ ਕਾਰੂ ਬਾਦਸ਼ਾਹ ਨੇ ਆਖੀ ਹੈ, ਫਿਰ ਅੱਗੋਂ ਗੁਰੂ ਸਾਹਿਬ ਮਹਾਰਾਜ ਜੀ ਨੂੰ ਕੀ ਜਵਾਬ ਦੇ ਕੇ ਕਿਹੜੇ ਤਰੀਕੇ ਨਾਲ ਸਮਝਾਉਂਦੇ ਆ, ਹਜੇ ਪ੍ਰਸੰਗ ਬਾਕੀ ਹੈ। ਇਹਨੂੰ ਸਮਝਣ ਦਾ ਯਤਨ ਕਰਾਂਗੇ ਕਿ ਕਿਵੇਂ ਇਹਦੇ ਗੱਲ ਸਮਝ ਵਿੱਚ ਆਏਗੀ, ਤੇ ਨਾਲ ਨਾਲ ਆਪਾਂ ਵੀ ਸਮਾਜ ਵਿੱਚ ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਜਿਹੜੇ ਪਾਪ ਦੀ ਕਮਾਈ ਕਰ ਰਹੇ ਆ, ਜਿਹੜੇ ਹੇਰਾ ਫੇਰੀਆਂ ਠੱਗੀਆਂ ਕਰ ਰਹੇ ਆ, ਦੂਸਰਿਆਂ ਦੇ ਹੱਕ ਮਾਰ ਰਹੇ ਆ, ਜਾਂ ਉਹਨਾਂ ਲੋਕਾਂ ਦੇ ਨਾਮ ਤੇ ਆਪਣਾ ਘਰ ਭਰ ਰਹੇ ਨੇ ਜਿਹੜੇ ਸੰਸਾਰ ਵਿੱਚ ਮਜਬੂਰ ਨੇ। ਮਹਾਰਾਜ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪਾਪ ਦੀ ਕਮਾਈ ਨਾ ਕਰੋ, ਇਮਾਨਦਾਰੀ ਦੀ ਕਮਾਈ ਜਿਹੜੀ ਆ ਉਹ ਇਕੱਠੀ ਕਰੋ। ਨਹੀਂ, ਕਿਉਂਕਿ ਪਾਪ ਦੀ ਕਮਾਈ ਕਰਨ ਵਾਲਾ ਫਿਰ ਜਦੋਂ ਸਜ਼ਾ ਮਿਲਦੀ ਹੈ, ਫਲ ਮਿਲਦਾ ਹੈ, ਫਿਰ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ। ਅਸੀਂ ਇੱਥੇ ਆ ਕੇ ਬੇਨਤੀਆਂ ਕਰੀਏ, ਮਹਾਰਾਜ ਸਮਾਜ ਵਿੱਚ ਜਿਹੜਾ ਸਮਾਜ ਹੈ ਨਾ, ਇੱਥੇ ਤੁਰਨਾ ਬੜਾ ਔਖਾ ਹੈ, ਇਮਾਨਦਾਰ ਹੋ ਕੇ ਬੜਾ ਚੱਲਣਾ ਔਖਾ ਹੈ। ਤੁਸੀਂ ਕਿਰਪਾ ਕਰੋ, ਹਮ ਅੰਦਲੇ ਅੰਦਰ ਦੇਖਿਆ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਅਸੀਂ ਤੁਹਾਡੇ ਘਰ ਦੇ ਗੋਲੇ ਬਣ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਤਾਂ ਕਿ ਅਸੀਂ ਇਮਾਨਦਾਰੀ ਵਾਲਾ ਰਸਤਾ ਅਪਣਾ ਕੇ, ਇਨਸਾਨੀਅਤ ਵਾਲਾ ਰਸਤਾ ਅਪਣਾ ਕੇ ਆਪਣਾ ਵੀ ਭਲਾ ਤੇ ਦੂਜਿਆਂ ਦਾ ਵੀ ਅਸੀਂ ਭਲਾ ਕਰ ਸਕੀਏ, ਆਪਣਾ ਵੀ ਕਾਰਜ ਤੇ ਦੂਜਿਆਂ ਦੇ ਵੀ ਕਾਰਜ ਸਵਾਰ ਸਕੀਏ। ਅਸੀਂ ਤੁਹਾਡੇ ਗੋਲੇ ਬਣ ਕੇ ਜੀਵਨ ਜਿਉਣਾ ਚਾਹੁੰਦੇ ਹਾਂ, ਸਾਡੇ ਤੇ ਇੱਕ ਕਿਰਪਾ ਕਰ ਦਿਓ। ਨਾਨਕ ਘਰ ਕੇ ਗੋਲੇ, 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 ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਗੇਲੇ, ਤੁਮ ਹੀ ਸਜਣ ਸੁਗੇਲੇ। ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਇਹ ਅਰਦਾਸ ਕਰੀਏ ਔਰ ਜੋ ਸਿਧਾਂਤ ਮਹਾਰਾਜ ਨੇ ਸਾਨੂੰ ਦਿੱਤੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹਨਾਂ ਤੇ ਪਹਿਰਾ ਦਈਏ। ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀਆਂ ਦੀ ਸੰਭਾਲ ਕਰੀਏ, ਗੁਰੂ ਵਾਲੇ ਬਣੀਏ ਤਾਂ ਕਿ ਲੋਕ ਸੁਖੀਏ ਔਰ ਲੋਕ ਸੁਹੇਲੇ ਨਾਨਕ ਪ੍ਰਭ ਆਪੇ ਵੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।